ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀ ਘੜੀ ਬਖਸ਼ੀ। ਹੁਣ ਜੋ ਅਭਿਆਸ ਅਸੀਂ ਕਰ ਰਹੇ ਹਾਂ, ਸਾਸਗਾ ਸਿਮਰਨ, ਸਾਸਾ ਸਿਮਰਨ, ਮਕਸਦ ਇਹੀ ਹੈ ਗੁਰਮੰਤਰ ਦਾ ਅਭਿਆਸ ਕਰਨ ਦਾ ਕਿ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੇ ਘਰ 'ਚ ਬਹਿਣਾ ਸਿੱਖ ਲਈਏ। ਘਰ ਸਾਡਾ ਦਸਮ ਦੁਆਰ, ਥਿਰ ਘਰ ਕਹਿ ਦਿੱਤਾ ਉਸਨੂੰ ਗੁਰਬਾਣੀ ਵਿੱਚ, ਨਿਜ ਮਹਿਲ ਕਹਿ ਦਿੱਤਾ, ਜਿੱਥੇ ਜਾ ਕੇ ਸਾਨੂੰ ਅਨਹਦ ਸ਼ਬਦ ਸੁਣਦੇ ਆ, ਜਿੱਥੇ ਜਾ ਕੇ ਸਾਡੇ ਮਨ ਨੂੰ ਸੁੱਖ ਮਿਲਦਾ ਹੈ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਗੁਰਬਾਣੀ ਵਿੱਚ ਕਿ ਇਸ ਕਾਇਆ ਦੇ 9 ਦਰ ਨੇ। ਜਦੋਂ ਅਸੀਂ ਸੱਚ ਨੂੰ ਮਿਲਦੇ ਹਾਂ, ਪ੍ਰਮਾਤਮਾ ਨੂੰ ਮਿਲਦੇ ਹਾਂ, ਅਤੇ ਸਾਨੂੰ ਇਸ ਸਾਰੇ 9 ਦਰਾਂ ਦੀ ਜਿਹੜੇ ਕਾਇਆ ਆ, ਇਹਦੇ ਵਿੱਚ ਜਿਹੜੇ ਅਸੰਖਾਂ ਵਸਤੂਆਂ ਰੱਖੀਆਂ ਨੇ, ਉਹਨਾਂ ਦਾ ਭੇਦ ਮਿਲਦਾ। ਮਹਾਰਾਜ ਕਹਿੰਦੇ ਆ, ਕਾਇਆ ਅੰਦਰ ਵਸਤ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣੇ। ਕਿ ਅਸੰਖਾਂ ਵਸਤੂਆਂ ਨੇ ਜੋ ਇਸ ਸਾਡੇ ਕਾਇਆ ਦੇ ਵਿੱਚ, ਸਰੀਰ ਦੇ ਵਿੱਚ ਮਹਾਰਾਜ ਨੇ ਸਾਡੇ ਲਈ ਰੱਖੀਆਂ ਹੋਈਆਂ। ਪਰ ਭੇਦ ਸਾਨੂੰ ਇਸ ਦਾ ਉਦੋਂ ਮਿਲਦਾ ਹੈ ਜਦੋਂ ਸਾਡਾ ਮਨ ਸੱਚ ਨਾਲ ਮਿਲਾਪ ਕਰ ਲੈਂਦਾ। ਫਿਰ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ 9 ਦਰ ਨੇ ਇਸ ਕਾਇਆ ਦੇ, ਅਤੇ ਜਿਹੜਾ 10ਵਾਂ ਆ, ਉੱਥੇ ਜਾ ਕੇ ਸਾਨੂੰ ਬੰਧਨਾਂ ਤੋਂ ਖਲਾਸੀ ਮਿਲਦੀ ਆ, ਸਾਡਾ ਮਨ ਮੁਕਤ ਹੁੰਦਾ ਆ, ਅਤੇ ਉੱਥੇ ਅਨਹਦ ਸ਼ਬਦ ਵੱਜ ਰਹੇ ਨੇ। ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਅਸੀਂ ਸੁਰਤੀ ਆਪਣੀ ਉਠਾਉਂਦੇ ਹਾਂ 9 ਦਰਾਂ ਤੋਂ ਉੱਪਰ, ਇਹਨਾਂ ਨੂੰ ਬੰਦ ਕਰਕੇ ਅਸੀਂ ਉੱਪਰ ਸੁਰਤੀ ਲੈ ਜਾਂਦੇ ਆਪਣੇ ਘਰ 'ਚ, ਅਤੇ ਕਹਿੰਦੇ ਉੱਥੇ ਲਗਾਤਾਰ ਅਨਹਦ ਸ਼ਬਦ ਸਾਨੂੰ ਵੱਜਦੇ ਸੁਣਾਈ ਦਿੰਦੇ ਆ। ਮਹਾਰਾਜ ਕਹਿੰਦੇ 9 ਦਰ ਠਾ ਕੇ ਭਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ। ਗੁਰੂ ਦੀ ਮੱਤ ਦੁਆਰਾ ਫਿਰ ਸਾਨੂੰ ਉਹ ਸ਼ਬਦ ਜਿਹੜੇ ਆ 10ਵੇਂ ਦੁਆਰ 'ਚ ਵੱਜਦੇ, ਅਨਹਦ ਸ਼ਬਦ ਜਿਹਨਾਂ ਨੂੰ ਕਿਹਾ ਆ, ਉਹ ਸਾਨੂੰ ਸੁਣਾਈ ਦਿੰਦੇ ਆ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਭੇਦ ਦਿੱਤਾ ਹੋਇਆ ਕਿ ਅਸੀਂ ਕਿਵੇਂ ਉਸ 10ਵੇਂ ਦੁਆਰ ਦੇ ਵਿੱਚ ਬਹਿਣਾ, ਕਿਵੇਂ ਅਸੀਂ ਉੱਥੇ ਤੱਕ ਪਹੁੰਚਣਾ। ਪਰ ਇਹ ਸ਼ੁਰੂਆਤ ਹੁੰਦੀ ਹੈ ਸਾਰੇ ਗੁਰਮੰਤਰ ਦੇ ਅਭਿਆਸ ਤੋਂ, ਫੁਰਨਤ ਰਹਿਤ ਹੋ ਕੇ। ਜਿਸ 'ਤੇ ਮਹਾਰਾਜ ਕਿਰਪਾ ਕਰਦੇ ਆ, ਉਹਨਾਂ ਨੂੰ ਆਪਣਾ ਲੜ ਪੱਲਾ ਫੜਾਉਂਦੇ ਆ, ਉਹ ਇਸ ਮਾਰਗ 'ਤੇ ਸੁਰਤੀ ਜਿਹੜੀ ਆ, ਸਾਡੇ ਮਨ ਜਿਹੜੇ ਆ, ਉਹ ਤੁਰ ਪੈਂਦੇ ਆ। ਮਹਾਰਾਜ ਕਹਿੰਦੇ ਆ, ਜਿਸ ਨੂੰ ਆਪ ਲੈ ਲੜ ਲਾਏ, ਦਰਗਹਿ ਮਿਲੇ ਤਿਸੈ ਹੀ ਜਾਏ। ਕਿ ਦਰਗਾਹ ਦੀ ਪ੍ਰਾਪਤੀ ਉਹਨੂੰ ਹੀ ਹੁੰਦੀ ਆ ਜਿਹਨੂੰ ਪ੍ਰਮਾਤਮਾ ਆਪਣੇ ਲੜ ਨਾਲ ਲਾ ਲੈਂਦੇ ਆ। ਸਹੀ ਭਗਤ ਜੇ ਸਾਚੇ ਭਾਣੇ, ਜਮਕਾਲ ਤੇ ਪੇ ਨਿਕਾਣੇ। ਜਿਹੜਾ ਸੱਚ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਆ ਜਾਂਦਾ, ਉਹ ਅਸਲੀ ਭਗਤ ਆ। ਜਿਹੜਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆ ਜਾਂਦਾ, ਉਹ ਅਸਲੀ ਭਗਤ ਆ। ਉਹ ਹੁਕਮ ਇਹੀ ਆ ਜੋ ਅੰਤਰਗਤ ਨਾਮ ਚੱਲ ਰਿਹਾ ਆ, ਅਤੇ ਜਿਹੜਾ ਉਸ ਨਾਮ ਦੇ ਦਾਇਰੇ ਦੇ ਵਿੱਚ ਮਨ ਰਹਿਣ ਲੱਗ ਪਏ, ਉਹ ਜਮਾਂ ਤੋਂ ਬਚ ਜਾਂਦਾ। ਮਹਾਰਾਜ ਨੇ ਸਾਨੂੰ ਫਿਰ ਸਮਝਾ ਦਿੱਤਾ ਕਿ ਇਹੀ ਭੇਦ ਅਸੀਂ ਲੈਣ ਲਈ ਸੰਗਤ ਵਿੱਚ ਆਉਣਾ ਹੁੰਦਾ। ਮਹਾਰਾਜ ਕਹਿੰਦੇ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਕਿ ਸਤਸੰਗਤ ਦੇ ਵਿੱਚ ਸਾਨੂੰ ਉਸ ਨਾਮ ਦਾ ਭੇਦ ਦਿੱਤਾ ਜਾਂਦਾ, ਅਤੇ ਅਸੀਂ ਫਿਰ ਉਸ ਨਾਮ ਦੇ ਜਦੋਂ ਦਾਇਰੇ ਦੇ ਵਿੱਚ ਰਵਾਂਗੇ, ਫਿਰ ਸਮਝਿਆ ਜਾਂਦਾ ਕਿ ਸਾਡਾ ਮਨ ਹੁਕਮ ਦੇ ਵਿੱਚ ਆ, ਭਾਣੇ ਦੇ ਵਿੱਚ ਆ। ਸਾਡਾ ਮਨ ਪ੍ਰਮਾਤਮਾ ਦੇ ਇਲਾਹੀ ਹੁਕਮ ਨੂੰ ਹਰ ਵਕਤ ਸੁਣ ਰਿਹਾ ਆ, ਉਸ ਦੇ ਦਾਇਰੇ ਦੇ ਵਿੱਚ ਰਹਿੰਦਾ ਆ, ਅਤੇ ਫਿਰ ਸਾਡਾ ਜਿਹੜਾ ਮਨ ਆ, ਉਹ ਹਮੇਸ਼ਾ ਹੀ ਜਮਾਂ ਤੋਂ ਬਚਿਆ ਰਹਿੰਦਾ ਆ, ਅਤੇ ਇਸ ਤ੍ਰਿਲੋਕੀ ਤੋਂ ਉੱਪਰ ਉੱਠਿਆ ਰਹਿੰਦਾ। ਇਹ ਹੈ ਖੋਜ। ਗੁਰਮੁਖ ਜਿਹੜੇ ਆ, ਉਹ ਖੋਜ ਕਰਦੇ ਆ ਆਪਣੇ ਇਸ ਕਾਇਆ ਦੀ, ਜਿਹਨੂੰ ਮਹਾਰਾਜ ਕਹਿੰਦੇ ਆ, ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਕਿ ਗੁਰਮੁਖ ਜਨ ਆਪਣੇ ਕਾਇਆ ਦੀ ਖੋਜ ਕਰਦੇ ਆ। ਕਾਇਆ ਦੀ ਖੋਜ ਕਰਦੇ ਕਰਦੇ ਉਹਨਾਂ ਨੂੰ ਭੇਦ ਮਿਲ ਜਾਂਦਾ ਚੌਥੇ ਪਦ ਦਾ, ਨਿਜ ਮਹਿਲ ਦਾ,
ਥਿਰ ਘਰ ਦਾ ਦਸਮ ਦੁਆਰ ਦਾ ਭੇਦ ਮਿਲਦਾ ਆ, ਸੁੰਨ ਦਾ ਮਿਲਦਾ ਭੇਦ, ਸਹਿਜ ਦਾ ਮਿਲਦਾ ਭੇਦ, ਸੱਚੇ ਮਹਿਲ ਦਾ ਭੇਦ ਮਿਲਦਾ, ਸੂਖ ਮਹਿਲ ਦਾ ਭੇਦ ਮਿਲਦਾ, ਆਤਮ ਮੰਡਲ ਦਾ ਭੇਦ ਮਿਲਦਾ। ਉਹਨਾਂ ਨੂੰ ਭੇਦ ਮਿਲਦਾ ਜੋ ਸੂਖਮ ਆ, ਨਿਰਗੁਣ। ਨਾਲ ਨਾਲ ਜਿਹੜੇ ਗੁਰਮੁਖ ਆ ਉਹਨਾਂ ਨੂੰ ਇਸ ਦ੍ਰਿਸ਼ਟਮਾਨ ਦਾ ਵੀ ਭੇਦ ਮਿਲਦਾ ਹੈ। ਤਾਂ ਮਹਾਰਾਜ ਨੇ ਗੁਰਬਾਣੀ ਵਿੱਚ ਸਮਝਾਇਆ ਹੋਇਆ, ਕਹਿੰਦੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਿ ਜਿਹੜਾ ਜਨ ਗੁਰਮੁਖ ਆਪਣੇ ਸਰੀਰ ਦੀ ਖੋਜ ਕਰਦਾ ਆ, ਉਹਨੂੰ ਇਹ ਭੇਦ ਪ੍ਰਾਪਤ ਹੋ ਜਾਂਦਾ ਕਿ ਜੋ ਵੀ ਇਹ ਬ੍ਰਹਿਮੰਡ ਦੇ ਵਿੱਚ ਆ ਉਹ ਹੈ ਹੀ ਇਸ ਸਰੀਰ ਦੇ ਵਿੱਚ। ਜੋ ਵੀ ਖੋਜੂਗਾ ਉਹ ਕੋਈ ਵੀ ਵਸਤੂ ਅੰਦਰੋਂ ਪ੍ਰਾਪਤ ਕਰ ਸਕਦਾ। ਹੁਣ ਜਿੰਨਾ ਚਿਰ ਅਸੀਂ ਉਹ ਖੋਜ ਕਰਦੇ ਨਹੀਂ, ਇਸ ਗੱਲ ਦੀ ਸਮਝ ਨਹੀਂ ਆਮ ਵਿਅਕਤੀ ਨੂੰ ਲੱਗ ਸਕਦੀ। ਹੁਣ ਨਿਰਗੁਣ ਸਰੂਪ ਪਰਮਾਤਮਾ, ਉਹਨਾਂ ਦਾ ਕੋਈ ਅੰਤ ਨਹੀਂ ਹੈਗਾ। ਜਿਹੜਾ ਦ੍ਰਿਸ਼ਟਮਾਨ ਰੂਪ ਉਹਨਾਂ ਨੇ ਬਣਾਇਆ ਹੋਇਆ ਆਕਾਰ, ਇਹ ਬੜਾ ਵਿਸਤਾਰ ਨਾਲ ਬਣਾਇਆ ਹੋਇਆ ਸਰਗੁਣ ਸਰੂਪ। ਇਹ ਜਿਹੜੀ ਮਾਇਆ ਰਚੀ ਹੋਈ ਹੈ, ਪਰ ਇਹ ਮਾਇਆ ਜਿਹੜੀ ਆ ਇਹ ਸੀਮਤ ਆ। ਗੁਰਮੁਖ ਜਨ ਨਿਰਗੁਣ ਦਾ ਭੇਦ ਲੈ ਲੈਂਦੇ ਆ ਜੋ ਅਨਹਦ ਆ, ਅਤੇ ਜਿਸ ਇਲਾਕੇ ਦੀ ਹੱਦਬੰਦੀ ਹੈ ਤ੍ਰਿਲੋਕੀ, ਉਸ ਦਾ ਵੀ ਭੇਦ ਅੰਤਰਗਤ ਆਪਣੀ ਸੁਰਤੀ ਦਾ ਟਿਕਾਊ ਕਰਕੇ ਲੈ ਲੈਂਦੇ ਆ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਆ ਕਿਵੇਂ, ਉਹ ਕਿੱਥੇ ਸੁਰਤੀ ਦਾ ਟਿਕਾਊ ਕਰਦੇ ਆ। ਮਹਾਰਾਜ ਕਹਿੰਦੇ ਆ ਕਿ ਦਸਵੇਂ ਦੁਆਰ ਰਹਿਤ ਕਰੇ ਤੇਰੇ ਭਵਨ ਸੋਝੀ ਪਾਏ। ਕਿ ਜਿਹੜੇ ਗੁਰਮੁਖ ਜਨ ਦਸਮ ਦੁਆਰ ਦੇ ਵਿੱਚ ਆਪਣੀ ਸੁਰਤੀ ਨੂੰ ਟਿਕਾ ਲੈਂਦੇ ਆ, ਉਹਨਾਂ ਨੂੰ ਇਸ ਤ੍ਰਿਲੋਕੀ ਦਾ ਭੇਦ ਆਉਂਦਾ। ਤ੍ਰਿਲੋਕੀ ਕੀ ਆ? ਇਹ ਜਿਹੜੇ 3 ਲੋਕ ਆ, ਤ੍ਰਿਲੋਕੀ ਇਹਨੂੰ ਕਹਿ ਦਿੱਤਾ, ਉਹ ਹੈ ਆਕਾਸ਼ ਲੋਕ, ਭੂਮ ਲੋਕ ਅਤੇ ਪਤਾਲ ਲੋਕ। ਇਹ ਤ੍ਰਿਲੋਕੀ ਆ। ਇਸ ਦਾ ਸੰਬੰਧ ਆ ਤ੍ਰੈ ਗੁਣਾਂ ਦੇ ਨਾਲ। ਆਕਾਸ਼ ਲੋਕ ਦਾ ਸੰਬੰਧ ਆ ਸਤੋਗੁਣ ਦੇ ਨਾਲ, ਭੂਮ ਲੋਕ ਦਾ ਰਜੋਗੁਣ ਦੇ ਨਾਲ, ਪਤਾਲ ਲੋਕ ਦਾ ਤਮੋਗੁਣ ਦੇ ਨਾਲ। ਗੁਰਮੁਖ ਜਨ ਇਹ ਸੂਖਮ ਭੇਦ ਵੀ ਲੈ ਲੈਂਦੇ ਆ ਅਤੇ ਦ੍ਰਿਸ਼ਟਮਾਨ ਦਾ ਵੀ। ਹੁਣ ਜਿਹੜਾ ਮਨਮੁਖ ਆ, ਮਨਮੁਖ ਅੰਦਰਲੀ ਖੋਜ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਭੇਦ ਨਹੀਂ। ਮਨਮੁਖ ਇਹਨਾਂ ਗੱਲਾਂ 'ਤੇ ਹੱਸਦਾ ਹੈ, ਉਹਨੂੰ ਆਪਣਾ ਭੇਦ ਨਹੀਂ ਹੈ। ਉਹ ਮਾਇਆ ਤੱਕ ਸੀਮਤ ਹੋਣ ਕਾਰਨ ਉਹ ਸਿਰਫ ਮਾਇਆ ਦੀ ਖੋਜ ਕਰ ਸਕਦਾ ਦ੍ਰਿਸ਼ਟਮਾਨ ਪੱਖੋਂ। ਪਰ ਇਹ ਜਿਹੜਾ ਦ੍ਰਿਸ਼ਟਮਾਨ ਹੈ, ਇਹ ਮਾਇਆ ਸਰਗੁਣ ਸਰੂਪ ਜੋ ਪ੍ਰਮਾਤਮਾ ਨੇ ਰਚਿਆ, ਇਹ ਮਹਾਰਾਜ ਨੇ ਇੰਨੇ ਵਿਸਤਾਰ ਨਾਲ ਬਣਾਇਆ ਹੋਇਆ ਕਿ ਜਿਹੜਾ ਮਨਮੁਖ ਆ, ਇਹਦੀ ਖੋਜ ਬਾਹਰੋਂ ਕਰਦਾ ਕਰਦਾ, ਤੱਤਾਂ ਦੀ ਖੋਜ ਕਰਦਾ ਕਰਦਾ, ਉਹ ਸੱਚ ਤੱਕ ਉੱਪੜ ਨਹੀਂ ਸਕਦਾ। ਮਨਮੁਖ ਜਿਹੜੇ ਆ, ਉਹਨਾਂ ਨੂੰ ਤ੍ਰਿਲੋਕੀ ਦਾ ਗਿਆਨ ਹੋ ਸਕਦਾ, ਪਰ ਉਹ ਵੀ ਕੋਈ ਸੀਮਤ ਹੁੰਦਾ ਆ। ਜਿਵੇਂ ਵਿਗਿਆਨ ਅਸੀਂ ਦੇਖਦੇ ਹਾਂ, ਵਿਗਿਆਨ ਪੂਰਨ ਨਹੀਂ, ਅਧੂਰਾ ਹੈ। ਜਿਹੜੇ ਗੁਰਮੁਖ ਜਨ ਆ, ਉਹਨਾਂ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ, ਅਤੇ ਬ੍ਰਹਮ ਦੇ ਗਿਆਨ ਦੇ ਨਾਲ ਨਾਲ ਉਹ ਤ੍ਰਿਲੋਕੀ ਦਾ ਵਿਗਿਆਨ ਲੈਂਦੇ ਆ, ਵਿਗਿਆਨ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਅਤੇ ਉਹਨਾਂ ਦਾ ਗਿਆਨ ਜਿਹੜਾ ਹੁੰਦਾ ਉਹ ਪੂਰਨ ਹੁੰਦਾ ਹੈ। ਜਿੰਨੇ ਮਹਾਰਾਜ ਖੋਜ ਉਹਨਾਂ ਨੂੰ ਬਖਸ਼ਦੇ ਆ, ਸੋਝੀ ਬਖਸ਼ਦੇ ਆ, ਉਸ ਮੁਤਾਬਕ ਹੀ ਉਹ ਪ੍ਰਗਟ ਕਰਦੇ ਆ ਸੰਸਾਰ ਵਿੱਚ, ਜਿੰਨਾ ਉਹ ਖੋਜ ਕੀਤੀ ਹੈ। ਕਿਉਂਕਿ ਖੋਜ ਦਾ ਕੋਈ ਲਿਮਿਟ ਤਾਂ ਹੁੰਦੀ ਨਹੀਂ। ਅਤੇ ਗੁਰਮੁਖ ਜਨ ਜਿਹੜੇ ਖੋਜ ਕਰਦੇ ਆ, ਉਹਨਾਂ ਦਾ ਗਿਆਨ ਜਿਹੜਾ ਆ ਉਹ ਪੂਰਨ ਹੁੰਦਾ ਹੈ। ਉਹ ਗੱਲ ਕਰਦੇ ਆ ਸੰਸਾਰ ਵਿੱਚ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਸੱਚਾਈ ਹੈ। ਤਾਂ ਮਹਾਰਾਜ ਨੇ ਕਿਹਾ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੀ ਆਖੀ। ਜੋ ਉਹਨਾਂ ਨੇ ਅੱਖਾਂ ਨਾਲ ਵੇਖਿਆ ਉਹੀ ਉਹ ਬੋਲਦੇ ਆ। ਮਨਮੁਖ ਜਿਹੜਾ ਆ ਉਹ ਸਿਰਫ ਥਿਓਰਾਈਜ਼ ਕਰ ਸਕਦਾ ਹੈ। ਮਨਮੁਖ ਨੇ ਸਿਰਫ ਦ੍ਰਿਸ਼ਟਮਾਨ ਤੱਕ ਇਸ ਤੱਤਾਂ ਦਾ ਗਿਆਨ ਲੈਣਾ ਆ, ਪਰ ਇਹ ਇੰਨੇ ਵਿਸਤਾਰ ਨਾਲ ਮਹਾਰਾਜ ਨੇ ਮਾਇਆ ਰਚੀ ਹੋਈ ਹੈ ਕਿ ਉਹ ਅਖੀਰ ਤਾਈਂ ਸੱਚ ਤੱਕ ਉੱਪੜ ਨਹੀਂ ਸਕਦੇ। ਹੁਣ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੇ ਅਸੀਂ ਉਹ ਗਿਆਨ ਲੈਣਾ ਚਾਹੁੰਦੇ ਹਾਂ ਜੋ ਗੁਰਮੁਖਾਂ ਪਾਸ ਆ, ਉਹਨਾਂ ਨੇ ਤਾਂ ਸੂਖਮ ਦਾ ਵੀ ਗਿਆਨ ਲੈ ਲਿਆ,
ਉਹਨਾਂ ਨੇ ਦ੍ਰਿਸ਼ਟਮਾਨ ਦਾ ਵੀ ਲੈ ਲਿਆ ਗਿਆਨ। ਮਹਾਰਾਜ ਨੇ ਦੱਸਿਆ ਹੋਇਆ ਕਿ ਇਹ ਜਿਹੜਾ ਸਰਗੁਣ ਸਰੂਪ ਆ, ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਧਰੀ ਹੋਈ ਆ, ਜਿਹਨੂੰ ਮਹਾਰਾਜ ਕਹਿੰਦੇ ਆ ਨਿਰਗੁਣ ਹਰਿਆ ਸਰਗੁਣ ਧਰਿਆ। ਆਪਣੀ ਜੋਤ ਪਰਮਾਤਮਾ ਨੇ ਇਸ ਸਰਗੁਣ ਦੇ ਵਿੱਚ ਧਰੀ ਹੋਈ ਆ। ਉਸ ਜੋਤ ਦਾ ਭੇਦ ਹੁਣ ਮਨਮੁਖ ਨੂੰ ਹੋ ਨਹੀਂ ਸਕਦਾ, ਕਿਉਂਕਿ ਮਨਮੁਖ ਨੂੰ ਸੂਖਮ ਦਾ ਗਿਆਨ ਨਹੀਂ। ਗੁਰਮੁਖ ਨੂੰ ਪਤਾ ਆ ਕਿ ਇਹ ਕੁਦਰਤ ਦੇ ਵਿੱਚ ਪਰਮਾਤਮਾ ਆਪ ਵਸਦਾ ਹੈ, ਤਾਂ ਮਹਾਰਾਜ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ, ਕਿ ਪਰਮਾਤਮਾ ਇਸ ਕੁਦਰਤ ਦੇ ਵਿੱਚ ਵਸਣ ਵਾਲਾ ਆ, ਉਹਨੂੰ ਅਸੀਂ ਬਲਿਹਾਰ ਜਾਂਦੇ ਹਾਂ। ਉਹ ਫਿਰ ਮਾਇਆ ਅਤੇ ਬ੍ਰਹਮ ਨੂੰ ਅੱਡ ਕਰ ਦਿੰਦੇ ਆ। ਮਹਾਰਾਜ ਕਹਿੰਦੇ ਆ ਮਾਇਆ ਬ੍ਰਹਮ ਰਮੇ ਸਭ ਸੰਗ। ਮਨਮੁਖ ਮਾਇਆ ਅਤੇ ਬ੍ਰਹਮ ਨੂੰ ਅੱਡ ਨਹੀਂ ਕਰ ਸਕਦਾ ਉਹਨੂੰ, ਕਿਉਂਕਿ ਬ੍ਰਹਮ ਦਾ ਭੇਦ ਨਹੀਂ ਹੈ। ਗੁਰਮੁਖ ਜਨ ਜਿਹੜੇ ਆ ਉਹ ਮਾਇਆ ਅਤੇ ਬ੍ਰਹਮ ਨੂੰ ਅੱਡ ਕਰ ਲੈਂਦੇ ਆ। ਉਹਨਾਂ ਕੋਲ ਜੁਗਤ ਹੁੰਦੀ ਆ, ਕਲਾ ਹੁੰਦੀ ਆ, ਉਸ ਦਾ ਇਸਤੇਮਾਲ ਕਰਕੇ ਉਹ ਮਾਇਆ ਤੋਂ ਉੱਪਰ ਧਿਆਨ ਉਠਾ ਲੈਂਦੇ ਆ ਅਤੇ ਉਹਨਾਂ ਦਾ ਧਿਆਨ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ। ਹੁਣ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ, ਸਾਨੂੰ ਪਹਿਲਾਂ ਗੁਰਬਾਣੀ ਮੁਤਾਬਕ ਚੱਲ ਕੇ ਪ੍ਰੈਕਟੀਕਲ ਕਰਨਾ ਪੈਂਦਾ ਹੈ ਕਿ ਅਸੀਂ ਵੀ ਜੇ ਭੇਦ ਬਾਹਰਲਾ ਵੀ ਲੈਣਾ ਚਾਹੁੰਦੇ ਹਾਂ, ਪਹਿਲਾਂ ਅਸੀਂ ਅੰਤਰਗਤ ਆਪਣੀ ਸੁਰਤੀ ਦਾ ਟਿਕਾਓ ਉਸ ਦਸਮ ਦੁਆਰ ਵਿੱਚ ਕਰੀਏ। ਜਿੱਥੇ ਮਹਾਰਾਜ ਨੇ ਕਿਹਾ 10ਵੇਂ ਦੁਆਰ ਰਹਿਤ ਕਰੇ ਤੇਰੇ ਭਵਨ ਸੋਝੀ ਪਾਏ, ਕਿ 10ਵੇਂ ਦੁਆਰ ਦੇ ਵਿੱਚ ਰਹਿਤ ਕਰਦੇ ਹਾਂ, ਸਾਡੇ ਸੁਰਤੀ ਟਿਕਾਓ ਕਰੋਗੇ ਤਾਂ ਸਾਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜੂਗੀ, ਆਪਣੀ ਸੋਝੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਆ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਨਾਸੀ, ਕਿ ਜਿਹੜੇ ਗੁਰਮੁਖ ਨੇ ਆਪਣੀ ਪਛਾਣ ਕਰ ਲਈ, ਉਹਦੇ ਵਿੱਚ ਅਤੇ ਅਬਨਾਸੀ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਇਹ ਹੁਣ ਆਪਣੀ ਪਛਾਣ, ਤ੍ਰਿਲੋਕੀ ਦੀ ਪਛਾਣ, ਆਪਣੇ ਕਾਇਆ ਦੇ ਖੋਜ ਇਹ ਕੀਤੀ ਜਾ ਸਕਦੀ ਜੇ ਅਸੀਂ ਸੇਧ ਲੈਂਦੇ ਹਾਂ ਮਹਾਰਾਜ ਦੀ ਬਾਣੀ ਤੋਂ। ਇਹ ਤਾਂ ਕਾਲ ਦੇ ਦੇਸ਼ ਦੇ ਵਿੱਚ, ਸ਼ੈਤਾਨ ਦੇ ਦੇਸ਼ ਦੇ ਵਿੱਚ ਇਹ ਜਿਹੜਾ ਗਿਆਨ ਆ ਸੂਖਮ ਦਾ, ਇਹ ਗਿਆਨ ਜਿਹੜਾ ਬ੍ਰਹਮ ਦਾ ਆ, ਇਹ ਨਾਮ ਤੋਂ ਮਹਾਰਾਜ ਨੇ ਦੱਸਿਆ ਕਿ ਸਾਨੂੰ ਪ੍ਰਾਪਤ ਹੁੰਦਾ ਹੈ। ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਹਰਾ ਬ੍ਰਹਮ ਗਿਆਨ। ਪਰ ਕਾਲ ਦੇ ਦੇਸ਼ ਦੇ ਵਿੱਚ ਕਾਲ ਨੇ ਕੀ ਕਰਨਾ ਹੁੰਦਾ, ਇਹਨੂੰ ਇਸ ਤਰੀਕੇ ਨਾਲ ਲੁਕਾਉਣਾ ਹੁੰਦਾ, ਉਹਨੇ ਛੁਪਾਉਣਾ ਹੁੰਦਾ ਕਿ ਜਿਹੜਾ ਮਨ ਆ ਉਹ ਉਹਦੇ ਦਾਇਰੇ ਦੇ ਵਿੱਚ ਫਸਿਆ ਰਹੇ ਅਤੇ ਇੱਥੋਂ ਨਿਕਲ ਨਾ ਸਕੇ, ਨਾਮ ਦਾ ਭੇਦ ਨਾ ਉਹਨੂੰ ਮਿਲੇ। ਹੁਣ ਜਿਵੇਂ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦਾ ਪ੍ਰਚਾਰ ਹੁੰਦਾ ਹੈ। ਕੋਈ ਨਾਮ ਦੇ ਅਰਥ ਕੁਛ ਕਰੀ ਜਾਂਦਾ, ਕੋਈ ਨਾਮ ਦਾ ਅਰਥ ਕੁਦਰਤ ਦੇ ਨਿਯਮ ਕਰੀ ਜਾਂਦਾ, ਕੋਈ ਕਹੀ ਜਾਂਦਾ ਹੈ ਕਿ ਜੀ ਨਾਮ ਹੈ ਸਿਰਫ ਲਾਜ਼ ਆਫ ਨੇਚਰ, ਕੋਈ ਕਹਿ ਦਿੰਦਾ ਹੈ ਕਿ ਨਾਮ ਜਿਹੜਾ ਆ ਇਹ ਤਾਂ ਸਿਰਫ ਇੱਕ ਸਾਇੰਸ ਆ, ਇਹ ਦਸਮ ਦੁਆਰ ਕਹਿ ਦਿੱਤਾ ਦਿਮਾਗ ਨੂੰ। ਪਰ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾਇਆ ਹੋਇਆ ਕਿ ਉਹ ਦਸਮ ਦੁਆਰ ਹੈਗਾ ਥਿਰ। ਸਾਡਾ ਸਰੀਰ ਜਿਹੜਾ ਹੈ ਥਿਰ ਨਹੀਂ ਹੈਗਾ, ਇਹਨੇ ਰਹਿਣਾ ਨਹੀਂ, ਸਾਡੇ ਦਿਮਾਗ ਨੇ ਵੀ ਬਿਨਸ ਜਾਣਾ। ਦਸਮ ਦੁਆਰ ਜਿਹੜਾ ਆ ਥਿਰ ਘਰ ਜਿਹਨੂੰ ਕਿਹਾ ਆ, ਉਹ ਥਿਰ ਆ, ਉਹਨੇ ਬਿਨਸਣਾ ਨਹੀਂ, ਉਹਨੇ ਹਮੇਸ਼ਾ ਹੀ ਰਹਿਣਾ ਆ। ਇਹ ਜਿਹੜੇ ਦਸਮ ਦੁਆਰ ਆ ਸਾਡੇ ਅੰਦਰ, ਇਹਦਾ ਸੰਬੰਧ ਆ ਇਸ ਸੂਖਮ ਦੇ ਨਾਲ, ਸੁੰਨ ਦੇ ਨਾਲ ਜੋ ਬਾਹਰ ਆ। ਮਹਾਰਾਜ ਕਹਿੰਦੇ ਆ ਕਿ ਇਹ ਇੱਕ ਕੋਠੜੀ ਆ ਜੋ ਸਾਨੂੰ ਦਿੱਤੀ ਹੋਈ ਹੈ ਸਾਡੇ ਮਨ ਵਾਸਤੇ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਇੱਕ ਤਾਂ ਹੈ ਸਾਰਾ ਜਗਤ ਹਰੀ ਦਾ ਮੰਦਰ, ਹਰਿਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਦਰ, ਅਤੇ ਇੱਕ ਸਾਂਝੀ ਇੱਕ ਕੋਠੜੀ ਆ ਜਿਹੜੀ ਸਾਰੇ ਸੁੰਨ ਦੇ ਵਿੱਚ ਅਸੀਂ ਵੱਸਦੇ ਹਾਂ। ਇਹਨਾਂ ਦੇ ਵਿੱਚ ਵੱਖ ਵੱਖ ਸਾਡੇ ਇਹ ਦਸਮ ਦੁਆਰ ਬਣਾਏ ਗਏ ਹੈ ਕਿ ਸਾਡੇ ਸੁਰਤੀ ਇੱਥੇ ਟਿਕਾਓ ਕਰੇ ਅਤੇ ਇਸ ਸੁੰਨ ਵਿੱਚ ਪ੍ਰਵੇਸ਼ ਹੋ ਜਾਏ। ਜਿਹਨੂੰ ਮਹਾਰਾਜ ਕਹਿੰਦੇ ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ, ਕਿ ਅਸੀਂ ਉਸ ਸੱਚੇ ਮਹਿਲ ਤੱਕ ਪਹੁੰਚਣਾ ਹੈ ਆਪਣੇ ਦਸਮ ਦੁਆਰ ਰਾਹੀਂ, ਜਿਸ ਦਾ ਲਿੰਕ ਆ ਇਸ ਸੁੰਨ ਦੇ ਨਾਲ। ਉੱਥੇ ਪਹੁੰਚ ਸਕਦੇ ਹਾਂ ਜੇ ਦਸਮ ਦੁਆਰ ਰਾਹੀਂ ਜਾਊਂਗੇ। ਜਿਹਨੂੰ ਮਹਾਰਾਜ ਕਹਿੰਦੇ ਨਿਜ ਘਰ ਸਹਿਜ ਕਰ ਲਈ ਹੈ, ਕਿ ਨਿਜ ਘਰ ਦੇ ਵਿੱਚ ਬੈਠਾਂਗੇ ਅਤੇ ਸਹਿਜ ਘਰ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਹੁਣ ਕਾਲ ਨੇ ਕੀ ਇਸ ਦੇਸ਼ ਦੇ ਵਿੱਚ ਫੈਲਾਇਆ ਹੁੰਦਾ, ਉਹਨੇ ਕਹਿ ਦਿੱਤਾ ਕਿ ਇਹ ਜਿਹੜਾ ਦਿਮਾਗ ਨੂੰ ਕਹਿ ਦਿੱਤਾ ਦਸਮ ਦੁਆਰ। ਹੁਣ ਜਿਵੇਂ ਪਿਤਾ ਜੀ ਨੇ ਪ੍ਰਚਾਰ ਕੀਤਾ ਕਿ ਗੁਰਬਾਣੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਸਮਝਾਇਆ, ਸੰਗਤ ਜਿਨ੍ਹਾਂ ਨੇ ਕੀਤੀ, ਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਕਿ ਦਸਮ ਦੁਆਰ ਸੂਖਮ ਆ,
ਉੱਥੇ ਅਨਹਦ ਸ਼ਬਦ ਚੱਲ ਰਿਹਾ ਦਿਨ ਰਾਤ, ਅਤੇ ਉਹਦਾ ਭੇਦ ਦਿੱਤਾ। ਹੁਣ ਕੀ ਹੁੰਦਾ ਹੈ ਕਿ ਜਿਹੜੇ ਪ੍ਰਚਾਰਕ ਇਹ ਸਿੱਖਿਆ ਲੈ ਕੇ ਉਹਨਾਂ ਨੇ ਪ੍ਰੈਕਟੀਕਲ ਕੀਤਾ ਹੋਵੇ, ਜਾਂ ਉਹਨਾਂ ਨੇ ਸਹੀ ਮਾਇਨਿਆਂ ਦੇ ਵਿੱਚ ਸਰਵਣ ਕਰਕੇ ਇਹ ਸਿੱਖਿਆ ਜਿਹੜੀ ਆ ਅੰਦਰ ਵਸਾ ਲਈ ਹੋਵੇ, ਉਹਨਾਂ ਨੂੰ ਭੇਦ ਆ ਕਿ ਇਹ ਦਸਮ ਦੁਆਰ ਸਾਡੇ ਅੰਦਰ ਆਏ ਹੈ ਸੂਖਮ, ਸਾਰਿਆਂ ਨਾਲੋਂ ਉੱਪਰਲੀ ਜਗ੍ਹਾ ਜਿਹੜੇ ਸਾਡੇ ਨੇਤਰਾਂ ਤੋਂ ਉੱਪਰ ਆਏ ਦਸਮ ਦੁਆਰ ਇਹਨੂੰ ਕਿਹਾ ਹੋਇਆ, ਸਾਡੇ ਅੱਖਾਂ ਤੋਂ ਉੱਪਰ। ਹੁਣ ਕਾਲ ਨੇ ਕੀ ਕਰਨਾ ਹੁੰਦਾ, ਕਾਲ ਨੇ ਇਹਨੂੰ ਪ੍ਰਚਾਰ ਨੂੰ ਡਾਇਲੂਟ ਕਰਨਾ ਹੁੰਦਾ ਇਸ ਤਰੀਕੇ ਦੇ ਨਾਲ ਕਿ ਸੰਸਾਰ ਵਿੱਚ ਕਨਫਿਊਜ਼ਨ ਹੋਵੇ, ਪਤਾ ਨਾ ਲੱਗੇ ਕਿਸ ਨੂੰ। ਹੁਣ ਕਈ ਪ੍ਰਚਾਰਕ ਐਸਾ ਵਿਚਾਰ ਕਰ ਰਹੇ ਆ, ਲੋਕਾਂ ਨੂੰ ਸਮਝਾਉਂਦੇ ਪਏ ਆ ਕਿ ਜੀ ਜਦੋਂ ਦਸਮ ਦੁਆਰ ਖੁੱਲ੍ਹਦਾ ਆ ਅਤੇ ਤੁਹਾਨੂੰ ਸੋਨੇ ਦਾ ਰੰਗ ਦਿਸੂਗਾ, ਅਤੇ ਦਰਵਾਜ਼ੇ ਉਹਦੇ ਖੁੱਲ੍ਹਣਗੇ ਅਤੇ ਇਹਦਾ ਸੁਨਹਿਰੀ ਤੁਹਾਨੂੰ ਰੰਗ ਦਿਸਣਗੇ। ਹੁਣ ਪਰਮਾਤਮਾ ਇਹਨਾਂ ਰੰਗਾਂ ਤੋਂ ਬਾਹਰ ਆ, ਜਿਹਨੂੰ ਮਾਰੇ ਕਹਿੰਦੇ ਆ ਕਿ ਚਕਰ ਚਹਿਨ ਅਰਬਰਨ ਜਾਤ ਅਰਪਾਤ ਨ ਹਿੰਜੈ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੂਜ ਕਹਿਜੈ। ਕਿ ਪ੍ਰਮਾਤਮਾ ਪ੍ਰਕਾਸ਼ ਰੂਪ ਆ ਪਰ ਇਹਨਾਂ ਰੰਗਾਂ ਤੋਂ ਪਰੇ ਆ। ਹੁਣ ਦਸਮ ਦੁਆਰ ਜਿਹੜੇ ਕਹਿ ਰਹੇ ਆ ਕਿ ਇਹ ਸੋਨੇ ਦਾ ਰੰਗ ਦਿਸਣ ਲੱਗ ਪੈਂਦਾ ਹੈ, ਜਿਹੜੇ ਦਸਮ ਦੁਆਰ ਖੁੱਲ੍ਹਦੇ ਆ ਉਹਨਾਂ ਨੂੰ ਭੁਲੇਖਾ ਆ, ਅਤੇ ਦੂਜਿਆਂ ਨੂੰ ਵੀ ਉਹ ਭੁਲੇਖੇ ਦੇ ਵਿੱਚ ਪਾ ਰਹੇ ਆ। ਕਈਆਂ ਨੇ ਆਪਣੀ ਜਗ੍ਹਾ ਖੋਲ੍ਹੀ ਹੋਈ ਆ, ਕਿਸੇ ਨੇ ਕੌਂਕੇ ਖੋਲ੍ਹੀ ਹੋਈ ਆ, ਕਿਸੇ ਨੇ ਕਿਤੇ ਖੋਲ੍ਹੀ ਹੋਈ ਆ। ਉਹ ਪਿਤਾ ਜੀ ਤੋਂ ਸਿੱਖਿਆ ਉਹਨਾਂ ਨੇ ਲਈ, ਪਰ ਉਹਨਾਂ ਨੂੰ ਨਹੀਂ ਤਾਂ ਉਹਨਾਂ ਨੂੰ ਸਮਝ ਨਹੀਂ ਪੂਰੀ ਲੱਗੀ, ਜਾਂ ਉਹਨਾਂ ਨੇ ਕੀ ਕੀਤਾ, ਪ੍ਰੈਕਟੀਕਲ ਕੀਤਾ ਨਹੀਂ। ਸਿਰਫ ਉਹਨਾਂ ਦੇ ਮਨ 'ਚ ਇਹ ਇੱਛਾ ਸੀਗੀ ਕਿ ਅਸੀਂ ਬਾਬੇ ਬਣ ਜਾਈਏ, ਅਤੇ ਬਾਬੇ ਬਣਨ ਦੇ ਮਕਸਦ ਦੇ ਨਾਲ ਉਹ ਪ੍ਰਚਾਰ ਤਾਂ ਕਰਦੇ ਆ, ਪਰ ਉਹਨਾਂ ਨੂੰ ਪ੍ਰਚਾਰ ਜਿਹੜਾ ਆ ਅਸਲੀ ਉਹਨਾਂ ਨੂੰ ਪਤਾ ਨਹੀਂ ਭੇਦ। ਹੁਣ ਜਿਹੜਾ ਜੀਵ ਪ੍ਰਚਾਰ ਕਰਦਾ, ਜੇ ਉਹਦਾ ਮਨ ਸੁੱਤਾ ਹੋਵੇ ਕਾਲ ਦੇ ਦਾਇਰੇ ਦੇ ਵਿੱਚ, ਕਾਲ ਨੇ ਫਿਰ ਉਹਦੇ ਰਾਹੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਿਸ ਇਨਫੋਰਮੇਸ਼ਨ ਦੇ ਕੇ ਸੰਸਾਰ ਨੂੰ ਮਿਸਲੀਡ ਕਰਨਾ ਹੁੰਦਾ ਕਿ ਲੋਕੀ ਗੰਧਰਵ ਨਗਰੀ ਦੇ ਵਿੱਚ ਫਸਣ। ਪਹਿਲਾਂ ਵੀ ਹੁੰਦਾ ਸੀਗਾ ਕਿ ਲੋਕ ਕਹਿ ਦਿੰਦੇ ਸੀਗੇ ਕਿ ਜਦੋਂ ਅਸੀਂ ਸੱਚਖੰਡ ਜਾਂਦੇ ਹਾਂ ਜਾਂ ਕੋਈ ਜਾਂਦਾ ਆ ਤਾਂ ਉੱਥੇ ਸੋਨੇ ਦਾ ਮੰਦਰ ਹੁੰਦਾ ਆ, ਅਤੇ ਉੱਥੇ ਬਾਹਰ ਦੇਵੀ ਦੇਵਤੇ ਦਾ ਖੜ੍ਹੇ ਹੁੰਦੇ ਆ ਪਹਿਰੇ 'ਤੇ, ਅਤੇ ਇਹ ਗੰਧਰਵ ਨਗਰੀ ਦੇ ਸੀਨ ਦੱਸਣ ਲੱਗ ਪੈਂਦੇ ਆ। ਪਿਤਾ ਜੀ ਨੇ ਬੜਾ ਸਪਸ਼ਟ ਕਲੀਅਰ ਕੀਤਾ ਪ੍ਰਚਾਰ ਕਰਦੇ ਹੋਏ ਕਿ ਐਸਾ ਨਹੀਂ, ਉਹ ਦ੍ਰਿਸ਼ਟਮਾਨ ਮੰਦਰ ਨਹੀਂ ਹੈ। ਦ੍ਰਿਸ਼ਟਮਾਨ ਦੇ ਵਿੱਚ ਜਿਵੇਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਉਹ ਦਸਮ ਦੁਆਰ ਦਾ ਨਕਸ਼ਾ ਆ, ਪਰ ਜਦੋਂ ਤੁਸੀਂ ਦਸਮ ਦੁਆਰ ਦੇ ਪ੍ਰਵੇਸ਼ ਹੁੰਦੇ ਅੰਤਰਗਤ ਤੁਹਾਨੂੰ ਇੱਦਾਂ ਮੰਦਰ ਨਹੀਂ ਦਿਸਦਾ। ਉਹ ਸੂਖਮ ਦਾ ਗਿਆਨ ਦਿੱਤਾ ਹੋਇਆ ਬਾਹਰ ਦ੍ਰਿਸ਼ਟਮਾਨ ਦੇ ਵਿੱਚ। ਅਤੇ ਜਿਹੜੇ ਜੀਵ ਇਸ ਗੱਲ ਨੂੰ ਸਮਝਦੇ ਨਹੀਂ, ਉਹ ਹੁਣ ਲੋਕਾਂ ਨੂੰ ਦੱਸੀ ਜਾਂਦੇ ਕਿ ਦਸਮ ਦੁਆਰ ਖੁੱਲ੍ਹੂਗਾ ਅਤੇ ਸੋਨੇ ਦੇ ਰੰਗ ਤੁਹਾਨੂੰ ਦਿਸੂਗਾ, ਅਤੇ ਤਾਂ ਹੀ ਕਹਿ ਦਿੰਦੇ ਹਰਿਮੰਦਰ ਸਾਹਿਬ ਸੋਨਾ ਲੱਗਾ ਹੋਇਆ। ਹਰਿਮੰਦਰ ਸਾਹਿਬ ਸੋਨਾ ਲੱਗਾ ਹੋਇਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੇਵਾ ਕੀਤੀ ਸੀਗੀ। ਪਰ ਜਦੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਉਹਨਾਂ ਨੇ ਸੋਨਾ ਨਹੀਂ ਲਾਇਆ ਹੋਇਆ ਸੀ। ਜੇ ਮਹਾਰਾਜ ਉਸ ਵੇਲੇ ਸੋਨਾ ਲਾਉਣਾ ਚਾਹੁੰਦੇ ਸੀਗੇ ਇਹ ਭੇਦ ਦੇਣ ਲਈ ਕਿ ਉੱਥੇ ਸੋਨੇ ਦਾ ਰੰਗ ਹੋਊਗਾ ਦਸਮ ਦੁਆਰ 'ਚ, ਉਹਨਾਂ ਨੇ ਪਹਿਲਾਂ ਲਾ ਦੇਣਾ ਸੀ, ਪਰ ਉਹਨਾਂ ਨੇ ਐਸਾ ਕੀਤਾ ਨਹੀਂ। ਜਿਹੜੇ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਸੋਨੇ ਦੀ ਗੱਲ ਕੀਤੀ ਹੋਇਆ ਹੈ, ਜਿਵੇਂ ਕਿ ਕੰਚਨ ਕਾਇਆ ਨਿਰਮਲ ਹੰਸ, ਉਹ ਸਾਡੇ ਸਰੀਰ ਨੂੰ ਕਿਹਾ ਹੋਇਆ ਕਿ ਕੰਚਨ ਵਰਗਾ ਸਾਨੂੰ ਸਰੀਰ ਦਿੱਤਾ ਹੋਇਆ, ਸੋਨੇ ਵਰਗਾ ਸਰੀਰ, ਕਾਇਆ ਕਿਹਾ ਉੱਥੇ, ਨਾ ਕਿ ਦਸਮ ਦੁਆਰ ਨੂੰ ਕਿਹਾ ਹੋਇਆ। ਕੰਚਨ ਕਾਇਆ ਨਿਰਮਲ ਹੰਸ, ਇਹਦੇ ਵਿੱਚ ਹੰਸ ਰੂਪ ਸਾਡਾ ਜਿਹੜਾ ਆਤਮਾ ਇਹਦੇ ਵਿੱਚ ਵੱਸਦੇ ਆ, ਜੀਵ ਜਿਹੜਾ ਆ ਇਸ ਸਰੀਰ ਵਿੱਚ ਆਉਂਦਾ ਆ, ਉਹਨੂੰ ਹੰਸ ਕਹਿ ਦਿੱਤਾ। ਕੰਚਨ ਕਾਇਆ ਨਿਰਮਲ ਹੰਸ ਜਿਸਮੇ ਨਾਮ ਨਿਰੰਜਨ ਅੰਸ਼, ਇੱਥੇ ਆਤਮਕ ਗਿਆਨ ਦਿੱਤਾ ਹੋਇਆ ਸਾਨੂੰ ਮਹਾਰਾਜ ਨੇ। ਆਤਮਾ ਦੇ ਰਾਹੀਂ ਸਾਨੂੰ ਉਹ ਨਾਮ ਦਾ ਭੇਦ ਮਿਲਦਾ ਆ। ਹੁਣ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸੰਸਾਰ ਵਿੱਚ ਜੇ ਵਿਚਰਦੇ ਹਾਂ ਅਤੇ ਸਾਨੂੰ ਇੱਦਾਂ ਪ੍ਰਚਾਰ ਸੁਣਦਾ ਹੈ, ਕਈ ਜੀਵ ਜਿਹੜੇ ਆ ਉਹਨਾਂ ਨੂੰ ਭੇਦ ਨਹੀਂ ਹੈ ਕਿ ਸੱਚ ਅਤੇ ਝੂਠ ਕੀ ਆ। ਉਹ ਫਟਾਫਟ ਹਰੇਕ ਦੀ ਗੱਲ ਸੁਣ ਕੇ ਉਹ ਐਕਸਪੈਕਟੇਸ਼ਨ ਆਪਣੇ ਮਨ ਵਿੱਚ ਬਣਾ ਲੈਂਦੇ ਆ ਕਿ ਉੱਥੇ ਜਦੋਂ ਜਾਵਾਂਗੇ ਉੱਥੇ ਇੱਦਾਂ ਦੇ ਦਰਵਾਜ਼ੇ ਲੱਗੇ ਹੋਣਗੇ, ਅਤੇ ਉਹੋ ਜਿਹੀ ਸੀਨ ਫੇਰ ਜਿਉਂ-ਜਿਉਂ ਅਭਿਆਸ ਕਰਦੇ ਆ, ਮਾਇਆ ਨੂੰ ਆਗਿਆਕਾਰੀ ਬਣਾ ਦਿੱਤਾ ਹੈ। ਆਗਿਆਕਾਰੀ ਕੀ ਨਹੀਂ ਮਾਇਆ ਫਿਰ ਕੀ ਕਰਦੀ ਆ, ਮਾਇਆ ਦੇਖਦੀ ਆ ਕਿ ਇਹਦੇ ਮਨ 'ਚ ਇਹੋ ਜਿਹਾ ਫੁਰਨਾ ਵਿਚਾਰ ਆ, ਅਤੇ ਉਹੋ ਜਿਹਾ ਫਿਰ ਉਹਦੇ ਮੂਹਰੇ ਦ੍ਰਿਸ਼ ਪੇਸ਼ ਕਰ ਦਿੰਦੀ ਆ।
ਕਾਲ ਦਾ ਜਾਲ ਇਹ ਹੁੰਦਾ ਹੈ, ਇਹਨੂੰ ਗੰਧਰਵ ਨਗਰੀ ਕਿਹਾ ਹੋਇਆ। ਲੋਕ ਇਸ ਦੇ ਵਿੱਚ ਫਸ ਜਾਂਦੇ। ਜਿਹੜੇ ਜੀਵ ਭੇਦ ਨਹੀਂ ਰੱਖਦੇ, ਗੁਰਬਾਣੀ ਰਾਹੀਂ ਉਹਨਾਂ ਨੂੰ ਭੇਦ ਨਹੀਂ ਕਿ ਦਸਮ ਦੁਆਰ ਕਿੱਥੇ ਆ, ਸਾਡੇ ਅੰਦਰ ਆ, ਅਤੇ ਉਹਨਾਂ ਨੂੰ ਇੱਦਾਂ ਦੀਆਂ ਕਹਾਣੀਆਂ ਸੁਣਾਈਆਂ ਜਾਣ, ਉਹ ਫਿਰ ਜਿਹੜੇ ਜੀਵ ਇੱਦਾਂ ਦੇ ਸੁਣਾਉਂਦੇ ਆ ਉਹਨਾਂ ਨੂੰ ਆਪ ਨਹੀਂ ਭੇਦ ਦਸਮ ਦੁਆਰ ਦਾ, ਉਹ ਦੂਜਿਆਂ ਨੂੰ ਇਹ ਗੱਲਾਂ ਸੁਣਾਉਂਦੇ ਆ ਕਿ ਅਸੀਂ ਸ਼ਾਇਦ ਨਵਾਂ ਗਿਆਨ ਲੋਕਾਂ ਨੂੰ ਦੱਸ ਦੇਵਾਂਗੇ ਅਤੇ ਲੋਕ ਸਾਡੇ ਪਿੱਛੇ ਲੱਗ ਜਾਣਗੇ, ਪਰ ਉਹ ਨੁਕਸਾਨ ਕਰ ਰਿਹਾ ਅਗਲੇ ਦਾ, ਕਿਉਂਕਿ ਉਹ ਅਗਲੇ ਨੂੰ ਗੰਧਰਵ ਨਗਰੀ ਵੱਲ ਨੂੰ ਧੱਕ ਰਿਹਾ। ਅਗਲੇ ਦੇ ਮਨ 'ਚ ਐਕਸਪੈਕਟੇਸ਼ਨ ਇਹ ਬਾੜ ਦਿੰਦੇ ਆ ਕਿ ਉੱਥੇ ਦ੍ਰਿਸ਼ਟਮਾਨ ਸਾਨੂੰ ਆਹ ਚੀਜ਼ਾਂ ਦੱਸਣਗੀਆਂ, ਸੋਨੇ ਦਾ ਮੰਦਰ ਉੱਥੇ ਦੱਸਣਾ ਜਾਂ ਸੋਨੇ ਦਾ ਰੰਗ ਸਾਨੂੰ ਦੱਸਣ ਲੱਗ ਪੈਣਾ, ਉਹ ਪਹਿਲਾਂ ਹੀ ਉਹ ਰੰਗਾਂ ਦੇ ਵਿੱਚ ਬਾੜ ਦਿੰਦੇ ਆ। ਤਾਂ ਹੀ ਅਸੀਂ ਭੇਦ ਜਿਹੜਾ ਗੁਰਬਾਣੀ ਰਾਹੀਂ ਲੈਣਾ ਹੈ ਨਾ, ਅਸੀਂ ਗੁਰਬਾਣੀ ਰਾਹੀਂ ਇੱਕ ਇੱਕ ਗੱਲ ਤੋਲਣੀ ਹੁੰਦੀ ਹੈ। ਹੁਣ ਜਦੋਂ ਮਨ ਐਕਸਪੈਕਟੇਸ਼ਨ ਰੱਖ ਲੈਂਦਾ, ਕਈਆਂ ਦਾ ਹੁੰਦਾ ਹੈ ਕਿ ਅਸੀਂ ਜੋਤ ਨੂੰ ਦੇਖਣਾ ਆ, ਉਹ ਮਨ 'ਚ ਪਹਿਲਾਂ ਹੀ ਧਾਰਨ ਕਰ ਲੈਂਦੇ ਕਿ ਜੋਤ ਸ਼ਾਇਦ ਉਹੋ ਜਿਹੀ ਹੈ ਜੇ ਮੋਮਬੱਤੀ ਦੀ ਜੋਤ ਹੁੰਦੀ ਆ, ਉਹ ਉਹੋ ਜਿਹੀ ਜੋਤ ਦੇਖਣੀ ਚਾਹੁੰਦੇ ਆ, ਫਿਰ ਉਹ ਮਨ ਦੇ ਸਾਹਮਣੇ ਮਾਇਆ ਉਹ ਪੇਸ਼ ਕਰ ਦਿੰਦੀ ਆ। ਤਾਂ ਆਪਣੇ ਮਨ 'ਚ ਕੋਈ ਐਕਸਪੈਕਟੇਸ਼ਨ ਨਹੀਂ ਰੱਖਣਾ, ਸਿਰਫ ਇਹ ਜਾਣਨਾ ਕਿ ਅਸੀਂ ਸੱਚ ਪਰਮਾਤਮਾ ਜੋ ਨਿਰਾਕਾਰ ਆ, ਆਕਾਰ ਤੋਂ ਰਹਿਤ, ਉਹਨੂੰ ਮਿਲਣਾ। ਜਿੰਨਾ ਚਿਰ ਤੱਕ ਅਸੀਂ ਸੱਚ ਨਾਲ ਮਿਲਾਪ ਨਹੀਂ ਕਰਦੇ, ਉਨਾ ਚਿਰ ਤਾਈਂ ਸਾਨੂੰ ਮਾਇਆ ਅਤੇ ਬ੍ਰਹਮ ਦੇ ਵਿੱਚ ਭੇਦ ਨਹੀਂ ਮਿਲਣਾ, ਕਿਉਂਕਿ ਅਸੀਂ ਜੋ ਅਸਲੀਅਤ ਆ ਅਤੇ ਜੋ ਝੂਠ ਆ ਮਾਇਆ, ਅਸੀਂ ਉਹਨੂੰ ਅੱਡ ਨਹੀਂ ਕਰ ਸਕਦੇ। ਇਹ ਗੁਰਬਾਣੀ ਰਾਹੀਂ ਜਿੱਦਾਂ ਸਾਨੂੰ ਜ਼ਰੂਰੀ ਹੈ ਸਮਝਣਾ ਕਿ ਹੁਣ ਕਿਸੇ ਦੇ ਸਾਹਮਣੇ ਆਕਾਰ ਆ ਜਾਏ, ਹੁਣ ਆਕਾਰ ਜਿਹੜੇ ਸੂਖਮ ਹੁੰਦੇ ਵੀ ਆ, ਦੇਵਲੋਕ ਦੇ ਵਿੱਚ ਵੀ ਸੂਖਮ ਆਕਾਰ ਆ, ਸੂਖਮ ਆਕਾਰ ਰਾਹੀਂ ਜਿਹੜਾ ਮਨ ਉੱਥੇ ਵੱਸਦਾ ਆ, ਪਰ ਜਿੰਨਾ ਚਿਰ ਤੱਕ ਤੁਸੀਂ ਸੱਚ ਨਾਲ ਮਿਲਾਪ ਨਹੀਂ ਕਰਦੇ, ਤੁਹਾਡੇ ਸਾਹਮਣੇ ਕੋਈ ਵੀ ਸੂਖਮ ਆਕਾਰ ਆ ਜਾਏ, ਤੁਹਾਨੂੰ ਕਿਵੇਂ ਪਤਾ ਲੱਗਣਾ ਕਿ ਇਹ ਮਾਇਆ ਦਾ ਜਾਲ ਆ ਕਿ ਅਸਲੀ ਮੈਂ ਦੇਵਲੋਕ ਦੇ ਦੇਵੀ ਦੇਵਤਿਆਂ ਦੇ ਦਰਸ਼ਨ ਕਰ ਰਿਹਾ। ਤਾਂ ਸਾਨੂੰ ਸੱਚ ਨਾਲ ਮਿਲਾਪ ਕਰਨਾ, ਸਾਨੂੰ ਆਪਣਾ ਗੋਲ ਹਾਸਲ ਕਰਨਾ ਬਹੁਤ ਜ਼ਰੂਰੀ ਆ। ਕਈ ਐਸੇ ਆ ਜੀਵ ਉੱਦਾਂ ਉਹਨਾਂ ਦਾ ਮਨ ਜਿਉਂ-ਜਿਉਂ ਤੁਸੀਂ ਸ਼ਬਦਾਂ ਨੂੰ ਸੁਣਦੇ ਆ ਅਤੇ ਸੂਖਮ ਦਾ ਧਿਆਨ ਰੱਖਦੇ ਆ ਅਤੇ ਉਹਨਾਂ ਦਾ ਮਨ ਪਾਰਦਰਸ਼ੀ ਹੋ ਜਾਂਦਾ ਆ, ਉਹਨਾਂ ਨੂੰ ਸੂਖਮ ਆਕਾਰ ਦੱਸਣ ਲੱਗ ਪੈਂਦੇ, ਉਹ ਅਸਲੀਅਤ ਵੀ ਹੁੰਦੀ ਆ। ਪਰ ਜਿੰਨਾ ਚਿਰ ਤੱਕ ਅਸੀਂ ਉਸ ਸੱਚ ਨਾਲ ਅਭੇਦ ਨਹੀਂ ਹੁੰਦੇ, ਸਾਨੂੰ ਉਸ ਝੂਠ ਦੇ ਵਿੱਚ ਜਿਹੜਾ ਮਾਇਆ ਦਾ ਗੰਧਰਵ ਨਗਰੀ ਆ ਅਤੇ ਅਸਲੀਅਤ ਦੇ ਵਿੱਚ ਕੋਈ ਫਰਕ ਨਹੀਂ ਪਤਾ ਲੱਗਣਾ। ਸੋ ਇੱਥੇ ਕੇਅਰਫੁਲ ਰਹਿਣਾ ਹੈ। ਹੁਣ ਕਈ ਪ੍ਰਚਾਰਕ ਪ੍ਰਚਾਰ ਕਰਦੇ, ਉਹ ਦੱਸੀ ਜਾਂਦੇ ਲੋਕਾਂ ਨੂੰ ਕਿ ਉੱਥੇ ਜੀ ਸੋਨੇ ਦਾ ਰੰਗ ਆ, ਸੋਨੇ ਦਾ ਰੰਗ ਲੱਗਿਆ ਹੋਇਆ, ਉਹ ਸਾਰਾ ਗੰਧਰਵ ਨਗਰੀ ਦੇ ਰੰਗ ਦੱਸੀ ਜਾਂਦੇ ਆ। ਇਹ ਗੰਧਰਵ ਨਗਰੀ ਦੇ ਜਦੋਂ ਐਕਸਪੈਕਟੇਸ਼ਨ ਹੋ ਜਾਂਦੀ, ਉਹ ਫਿਰ ਲੋਕ ਸੋਚਦੇ ਆ ਕਿ ਹਾਂ ਹੁਣ ਮੈਂ ਜੀ ਸੋਨੇ ਦਾ ਰੰਗ ਦੇਖਣ ਲੱਗ ਪਿਆ, ਇਹ ਦਸਮ ਦੁਆਰ ਦੇ ਵਿੱਚ ਪਹੁੰਚ ਗਿਆ। ਪਰ ਮਹਾਰਾਜ ਨੇ ਸਾਨੂੰ ਦਸਮ ਦੁਆਰ ਦੀ ਨਿਸ਼ਾਨੀ ਦੱਸੀ ਆ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣ, ਕਿ ਉੱਥੇ ਅਨਹਦ ਸ਼ਬਦ ਚੱਲਦੇ ਆ। ਜੇ ਤੁਹਾਨੂੰ ਕੋਈ ਕਹੇ ਕਿ ਉੱਥੇ ਤਾਂ ਸੋਨੇ ਦਾ ਰੰਗ ਤੁਹਾਨੂੰ ਦਿਸੂਗਾ, ਫਿਰ ਤੁਸੀਂ ਕਹੋ ਕਿ ਇਹ ਗੁਰਬਾਣੀ ਰਾਹੀਂ ਸਾਨੂੰ ਸਮਝਾਓ। ਗੁਰਬਾਣੀ ਦੇ ਵਿੱਚ ਕਿਤੇ ਦੱਸਿਆ ਹੋਇਆ ਕਿ ਸੋਨੇ ਦਾ ਰੰਗ ਤੁਹਾਨੂੰ ਦਿਸੂਗਾ ਦਸਮ ਦੁਆਰ ਦੇ ਵਿੱਚ? ਨਹੀਂ, ਉਹ ਲੱਭਣਾ ਹੀ ਨਹੀਂ, ਕਿ ਹੈ ਹੀ ਨਹੀਂ ਐਸੀ ਨਿਸ਼ਾਨੀ। ਕਈ ਵਾਰੀ ਕੀ ਹੁੰਦਾ ਹੈ ਕਿ ਤਾਂ ਹੀ ਜਿਹੜੇ ਗੁਰਮੁਖ ਜਾਨੇ ਆ ਨਾ, ਉਹ ਥੋੜ੍ਹਾ ਜਿਹਾ ਸੰਕੋਚ ਕੇ ਭੇਦ ਰੱਖ ਲੈਂਦੇ ਆ ਕਿ ਲੋਕ ਜਿਹੜੇ ਆ ਉਹ ਕਈ ਪਖੰਡ ਬਹੁਤ ਕਰਦੇ ਆ ਸੰਸਾਰ ਵਿੱਚ। ਕੋਈ ਕਹਿ ਦਿੰਦਾ ਕਿ ਜੀ ਮੈਨੂੰ ਇੱਦਾਂ ਹੁੰਦਾ, ਮੈਨੂੰ ਆਹ ਹੁੰਦਾ ਆ, ਅਤੇ ਉਹਨਾਂ ਦੇ ਬਚਨਾਂ ਤੋਂ ਪਤਾ ਲੱਗ ਜਾਂਦਾ ਆ ਕਿ ਇਹ ਅਸਲੀਅਤ ਹੈ ਕਿ ਨਹੀਂ। ਗੁਰਮੁਖ ਜਨ ਜਿਹੜੇ ਆ ਉਹ ਭੇਦ ਲੈ ਲੈਂਦੇ, ਕਿਉਂਕਿ ਉਹਨਾਂ ਨੇ ਆਪ ਖੋਜ ਕੀਤੀ ਹੁੰਦੀ, ਉਹਨਾਂ ਨੂੰ ਪਤਾ ਲੱਗ ਜਾਂਦਾ। ਥੋੜ੍ਹਾ ਫਿਰ ਕਈ ਚੀਜ਼ਾਂ ਉਹ ਸੰਕੋਚ ਲੈਂਦੇ ਆ ਦੱਸਣੋਂ ਅਗਲੇ ਨੂੰ, ਕਿ ਜਦੋਂ ਅਗਲਾ ਬੋਲੂਗਾ ਤਾਂ ਪਤਾ ਲੱਗੇ ਕਿ ਇਹ ਵਾਕਿਆ ਸਹੀ ਰਾਹ 'ਤੇ ਹੈ, ਫਿਰ ਸੇਧ ਦੇ ਸਕਦੇ ਆ। ਨਹੀਂ ਤਾਂ ਜੇ ਪੂਰਾ ਇੱਦਾਂ ਦੱਸ ਦਿੱਤਾ ਜਾਏ ਨਾ, ਕਈ ਵਾਰ ਕੀ ਹੁੰਦਾ ਕਿ ਜਿਹੜੇ ਪਖੰਡੀ ਲੋਕ ਆ, ਆਪਣੀਆਂ ਦੁਕਾਨਾਂ ਚਲਾਉਂਦੇ ਆ ਲੋਕ, ਉਹ ਫਿਰ ਲੋਕਾਂ ਨੂੰ ਆਪਣੇ ਪਿੱਛੇ ਲਾ ਦਿੰਦੇ ਆ ਕਿ ਇੱਦਾਂ ਹੋਊਗਾ, ਇੱਦਾਂ ਹੋਊਗਾ। ਅਤੇ ਉਹ ਅੱਜ ਕੱਲ੍ਹ ਤਾਂ ਕੀ ਹੋ ਰਿਹਾ ਕਿ ਲੋਕ ਜ਼ਿਆਦਾ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠਣਾ ਚਾਹੁੰਦੇ ਆ ਕਿ ਪ੍ਰਚਾਰ ਸੂਖਮ ਦਾ ਕਰੀਏ, ਕਿਉਂਕਿ ਕੋਈ ਬਹੁਤ ਵਿਰਲਾ ਕਰਦਾ ਹੈ ਅਤੇ ਉਹ ਆਪਣੇ ਸੋਭਾ ਵਧਾਉਣ ਦੀ ਖਾਤਰ ਕਰਦੇ ਆ, ਨਾ ਕਿ ਕਿਸੇ ਦੀ ਹੈਲਪ ਕਰਨ। ਇਹੀ ਲੋਕ ਜਿਹੜੇ ਆ ਫਿਰ ਉਹ ਦੱਸੀ ਜਾਂਦੇ ਆ ਕਿ ਜੀ ਅਸੀਂ ਗੁਰੂ ਸਾਹਿਬ ਨਾਲ ਗੱਲਾਂ ਕਰਦੇ ਹਾਂ ਦਿਨ ਰਾਤ, ਅਸੀਂ ਕਈ ਵਾਰੀ ਪਿਤਾ ਜੀ ਦਾ ਨਾਂ ਲੈ ਕੇ ਕਿ ਭਾਈ ਸੇਵਾ ਸਿੰਘ ਜੀ ਨਾਲ ਸਾਡੀਆਂ ਗੱਲਾਂ ਹੁੰਦੀਆਂ, ਇੱਦਾਂ ਲੋਕਾਂ ਨੂੰ ਦੱਸੀ ਜਾਂਦੇ ਆ। ਅਤੇ ਜਿਹੜਾ ਸੁਣਨ ਵਾਲਾ ਜਗਿਆਸੂ ਆ, ਉਹ ਜੇ ਤਾਂ ਉਹਨੂੰ ਕੋਈ ਗਿਆਨ ਆ ਤਾਂ ਉਹ ਪੁੱਛੂਗਾ ਮੋਹਰਿਓਂ ਕਿ ਮਹਾਂਪੁਰਖਾਂ ਨਾਲ ਤੁਸੀਂ ਗੱਲਾਂ ਕਰਦੇ ਆ, ਗੁਰੂ ਸਾਹਿਬਾਨਾਂ ਨਾਲ ਤੁਸੀਂ ਗੱਲਾਂ ਕਰਦੇ ਆ, ਅਤੇ ਮਹਾਰਾਜ ਨੇ ਕਿਹਾ ਕਿ ਉੱਥੇ ਆਕਾਰ ਨਹੀਂ, ਉੱਥੇ ਤਾਂ ਬ੍ਰਹਮ ਦੇ ਨਾਲ ਗੱਲ ਹੁੰਦੀ ਹੈ, ਤੁਸੀਂ ਕਿਵੇਂ ਗੱਲ ਕਰ ਰਹੇ ਆ?
ਤੇ ਇਹਦਾ ਭੇਦ ਵੀ ਪਿਤਾ ਜੀ ਨੇ ਖਾਸ ਕਰਕੇ ਦਿੱਤਾ। ਪ੍ਰਚਾਰ ਕਰਦੇ ਹੋਏ ਉਹਨਾਂ ਨੇ ਕਾਫੀ ਵਾਰ ਕਿਹਾ ਕਿ ਜੇ ਸੰਤ ਵਾਰ-ਵਾਰ ਵਾਪਸ ਹੀ ਆਈ ਜਾਂਦੇ ਆ ਤੇ ਉਹ ਫਿਰ ਪਿਤਾ ਜੀ ਕਹਿੰਦੇ ਹੁੰਦੇ ਸੀ ਸੰਤ ਫਿਰ ਮੁਕਤ ਨਹੀਂ ਹੋਏ, ਨਹੀਂ ਤਾਂ ਆਕਾਰ ਦੇ ਵਿੱਚ ਭੇਜਿਆ ਜਾਂਦਾ ਜੀਵ, ਨਹੀਂ ਤਾਂ ਉਹ ਅਮਰ ਹੁੰਦਾ ਆ। ਤੇ ਪਿਤਾ ਜੀ ਹੁਣੀ ਤੇ ਜਿਹੜੇ ਸੰਤ ਜਨ ਆ, ਗੁਰੂ ਸਾਹਿਬਾਨ, ਭਗਤ ਜਨ, ਉਹ ਤਾਂ ਸਾਰੇ ਅਮਰ ਹੋਏ, ਉਹ ਸੱਚ ਵਿੱਚ ਲੀਨ ਹੋਏ। ਉਹਨਾਂ ਨੇ ਜੋੜਿਆ ਹੀ ਸਾਨੂੰ ਸੱਚ ਨਾਲ ਹੈ, ਪ੍ਰਮਾਤਮਾ ਦੇ ਨਾਲ। ਅਸੀਂ ਉੱਥੇ ਤੱਕ ਜਾਣਾ ਆ। ਇਹ ਹੁਣ ਕਈ ਪ੍ਰਚਾਰਕ ਸਾਡੇ ਆਪਣੇ ਉੱਥੋਂ ਗੁਰਦੁਆਰਾ ਸਾਹਿਬ ਤੋਂ ਸਿੱਖਿਆ ਲੈ ਕੇ, ਜੋ ਮੋਗੇ ਪਿਤਾ ਜੀ ਹੁਣੇ ਮਿਸ਼ਨ ਚਲਾਇਆ, ਗੁਰਦੁਆਰਾ ਸਾਹਿਬ ਉੱਥੇ ਬਣਾਇਆ, ਉੱਥੋਂ ਸਿੱਖਿਆ ਲੈ ਕੇ ਉਹ ਆਪਣੇ ਅੱਡੇ ਉਹਨਾਂ ਨੇ ਖੋਲ੍ਹ ਲੈ ਕੇ, ਜਗ੍ਹਾ ਖੋਲ੍ਹ ਲੈ ਕੇ ਅਸੀਂ ਲੋਕਾਂ ਨੂੰ ਸਮਝਾਵਾਂਗੇ। ਅਤੇ ਇਸ ਦੌੜ ਦੇ ਵਿੱਚ ਲੱਗ ਕੇ ਕਿ ਅਸੀਂ ਸਰਬ ਸ਼੍ਰੇਸ਼ਠ ਬ੍ਰਹਮ ਗਿਆਨੀ ਅਖਵਾਉਣ ਲਈ ਉਹ ਨਵਾਂ ਤੋਂ ਨਵਾਂ ਗਿਆਨ ਲੋਕਾਂ ਨੂੰ ਸੁਣਾਈ ਜਾਂਦੇ ਆ। ਜਿਹਨੂੰ ਬ੍ਰਹਮ ਗਿਆਨ ਆ ਉਹ ਗੁਰਬਾਣੀ ਮੁਤਾਬਕ ਗਿਆਨ ਦੱਸਦਾ ਹੈ, ਨਾ ਕਿ ਇੱਦਾਂ ਆਪਣੇ ਗੰਧਰਵ ਨਗਰੀ ਵਾਲੇ ਐਕਸਪੀਰੀਅੰਸ ਦੱਸੀ ਜਾਂਦੇ ਆ। ਉਹ ਗੰਧਰਵ ਨਗਰੀ ਤੋਂ ਨਾਲੇ ਉੱਪਰ ਉੱਠੇ ਹੁੰਦੇ ਆ। ਤਾਂ ਹੀ ਗੁਰਮੁਖ ਜਨੋਂ ਬਚੋ ਜਿੱਥੋਂ ਬਚ ਸਕਦੇ ਆ। ਮਹਾਰਾਜ ਨੇ ਹੁਣ ਗੁਰਬਾਣੀ 'ਚ ਸਾਨੂੰ ਸਾਰਾ ਭੇਦ ਦਿੱਤਾ ਆ, ਗੁਰਬਾਣੀ ਰਾਹੀਂ ਚੱਲਣਾ ਹੈ। ਹੁਣ ਜਦੋਂ ਅਸੀਂ ਦਰਗਾਹ ਦੇ ਵਿੱਚ ਜਾਂਦੇ ਹਾਂ ਅਤੇ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾ ਦਿੱਤਾ ਕਿ ਜਿਹੜੇ ਮਿਹਨਤ ਕਰਦੇ ਆ, ਅਭਿਆਸ ਕਰਦੇ ਆ, ਹੁਣ ਤੁਹਾਡੇ ਮਿਹਨਤ 'ਤੇ ਮਨਸਰ ਆ, ਉੱਥੇ ਕਈ ਗੁਰਮੁਖ ਜਨਾਂ ਨੂੰ ਕਲਾ ਦੀ ਪ੍ਰਾਪਤੀ ਹੁੰਦੀ ਆ। ਉਹ ਕਲਾ ਕੈਸੀ ਆ? ਮਹਾਰਾਜ ਕਹਿੰਦੇ ਆ ਕਿ ਨਿਰੰਕਾਰ ਮੈਂ ਆਕਾਰ ਸਮਾਵੈ, ਅਕਲ ਕਲਾ ਸੱਚ ਸਾਚ ਟਿਕਾਵੈ, ਸੋ ਨਰ ਗਰਭ ਜੋ ਨਹੀਂ ਆਵੈ। ਕਿ ਗੁਰਮੁਖ ਜਨ ਜਿਹੜੇ ਭਗਤੀ ਕਰਦੇ ਆ, ਉਹਨਾਂ ਨੂੰ ਐਸੀ ਕਲਾ ਮਿਲ ਜਾਂਦੀ ਕਿ ਉਹ ਆਪਣੇ ਜਿਹੜਾ ਮਨ ਦਾ ਸੂਖਮ ਆਕਾਰ ਆ, ਮਨ ਦੇ ਨਾਲ ਸੱਚ ਵਿੱਚ ਧਿਆਨ ਲਾ ਕੇ ਉਹਦੇ ਵਿੱਚ ਸਮਾ ਲੈਂਦੇ ਆ ਉਸ ਨੂੰ। ਕਈ ਗੁਰਮੁਖ ਜਨ ਐਸੇ ਆ, ਉਹਨਾਂ ਦੀ ਮਿਹਨਤ ਇੰਨੀ ਹੁੰਦੀ ਆ ਕਿ ਇਹ ਜਿਹੜਾ ਸਾਡਾ ਦ੍ਰਿਸ਼ਟਮਾਨ ਆਕਾਰ ਆ, ਇੱਕ ਤਾਂ ਹੈਗਾ ਸੂਖਮ ਆਕਾਰ ਜਿਹੜਾ ਸਾਨੂੰ ਜਿਹਦਾ ਸੁਪਨੇ ਦੇ ਵਿੱਚ ਦਿਸਦਾ ਹੁੰਦਾ, ਸੂਖਮ ਆਕਾਰ ਹੁੰਦਾ ਸਾਡਾ, ਅਤੇ ਦੂਜਿਆਂ ਦਾ ਜਿਹੜਾ ਅਸੀਂ ਸੁਪਨੇ ਦੇ ਵਿੱਚ ਦੇਖਦੇ ਹਾਂ ਉਹਨੂੰ ਐਸਟਰਲ ਬਾਡੀ ਕਹਿ ਦਿੱਤਾ ਆ ਇੰਗਲਿਸ਼ ਦੇ ਵਿੱਚ। ਉਹ ਇਸ ਸਰੀਰ ਦੇ ਵਿੱਚ ਆ ਜਿਹਨੂੰ ਮਹਾਰਾਜ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਸੂਖਮ ਮੂਰਤ ਨਾਮ ਤੇ ਉੱਪਰ ਦਿੱਤੇ ਹੋਏ ਆ। ਸੂਖਮ ਆਕਾਰ ਜਿਹੜਾ ਆ, ਸੂਖਮ ਆਕਾਰ ਦੇ ਉੱਪਰ ਸਾਡਾ ਜਿਹੜਾ ਦ੍ਰਿਸ਼ਟਮਾਨ ਦਾ ਆਕਾਰ ਦਿੱਤਾ ਹੋਇਆ, ਜਿਹੜੀ ਫਿਜ਼ੀਕਲ ਬਾਡੀ ਹੈ। ਅਤੇ ਕਈ ਗੁਰਮੁਖ ਜਨ ਉਹਨਾਂ ਨੂੰ ਇੰਨੀ ਮਹਾਰਾਜ ਕਲਾ ਬਖਸ਼ਦੇ ਆ, ਕਿਰਪਾ ਕਰਦੇ ਆ ਕਿ ਉਹਨਾਂ ਦੀ ਮਿਹਨਤ 'ਤੇ ਮਨਸਰ ਹੁੰਦਾ ਆ ਕਿ ਉਹ ਆਪਣਾ ਜਿਹੜਾ ਦ੍ਰਿਸ਼ਟਮਾਨ ਆਕਾਰ ਆ ਉਹ ਵੀ ਨਿਰਾਕਾਰ ਵਿੱਚ ਸਮਾ ਲੈਂਦੇ ਆ। ਅਤੇ ਭਗਤ ਕਬੀਰ ਜੀ ਨੇ ਇਸ ਦਾ ਜ਼ਿਕਰ ਕੀਤਾ ਗੁਰਬਾਣੀ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਜਿਹੜੇ ਪੰਡਿਤ ਅਤੇ ਕਾਜ਼ੀ ਲੋਕ ਸਨ, ਉਹ ਭਗਤ ਕਬੀਰ ਜੀ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ ਉਹਨਾਂ ਨੇ ਰਾਜੇ ਕੋਲ। ਉਸ ਵੇਲੇ ਜਿਹੜਾ ਰਾਜਾ ਸੀ ਉਸ ਦਾ ਨਾਂ ਸਿਕੰਦਰ ਲੋਧੀ ਆਉਂਦਾ ਆ ਇਤਿਹਾਸ ਦੇ ਵਿੱਚ। ਸਿਕੰਦਰ ਲੋਧੀ ਨੇ, ਉਹ ਮੁਸਲਮਾਨ ਰਾਜਾ ਸੀ ਅਤੇ ਉਹਨੇ ਕੋਸ਼ਿਸ਼ ਇਹ ਕੀਤੀ ਕਿ ਭਗਤ ਕਬੀਰ ਜੀ ਵੀ ਹੁਣ ਮੁਸਲਮਾਨ ਪਰਿਵਾਰ ਦੇ ਵਿੱਚੋਂ ਆਉਂਦੇ ਸੀ, ਪਰ ਉਹਨਾਂ ਸ਼ਿਕਾਇਤਾਂ ਨੂੰ ਸੁਣ ਕੇ ਭਗਤ ਕਬੀਰ ਜੀ ਨੂੰ ਸਜ਼ਾਵਾਂ ਦੇਣ ਦੀ ਕੋਸ਼ਿਸ਼ ਕੀਤੀ। ਅਤੇ ਇੱਕ ਐਸਾ ਉਹਨਾਂ ਨੇ ਕੀਤਾ ਕਿ ਭਗਤ ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਦੇ ਵਿੱਚ ਸਿੱਟਣ ਲੱਗੇ, ਜੋ ਗੰਗਾ ਨਦੀ ਆ। ਅਤੇ ਭਗਤ ਕਬੀਰ ਜੀ ਨੇ ਇਸ ਦਾ ਜ਼ਿਕਰ ਕੀਤਾ ਗੁਰਬਾਣੀ ਦੇ ਵਿੱਚ। ਭਗਤ ਕਬੀਰ ਜੀ ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ, ਕਿ ਜਿਹੜੀ ਗੰਗਾ ਆ ਉਹਨੂੰ ਗੁਸਾਇਨ ਕਹਿ ਦਿੱਤਾ। ਜਿਵੇਂ ਅਸੀਂ ਕਈ ਵਾਰੀ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਗੁਸਾਈ ਕਹਿੰਦੇ ਆ, ਗੁਰਬਾਣੀ ਦੇ ਵਿੱਚ ਗੁਸਾਈ ਲਫ਼ਜ਼ ਆਉਂਦਾ ਆ, ਇੱਥੇ ਗੁਸਾਇਨ ਕਿਹਾ ਆ ਕਿ ਗੁਸਾਇਨ ਦਾ ਮਤਲਬ ਹੈ ਮਾਤਾ। ਕਹਿੰਦੇ ਗੰਗਾ ਮਾਤਾ ਦੇ ਵਿੱਚ, ਜੋ ਗੰਗਾ ਮਾਤਾ ਬਹੁਤ ਡੂੰਘੀ ਹੈ, ਗਹਿਰੀ ਹੈ, ਉਹਦੇ ਵਿੱਚ ਸਾਨੂੰ ਸਿੱਟਿਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਕਿ ਮੈਨੂੰ ਇੱਦਾਂ ਜੰਜੀਰਾਂ ਨਾਲ ਬੰਨ੍ਹ ਕੇ ਉੱਥੇ ਲੈ ਗਏ ਅਤੇ ਗੰਗਾ ਦੇ ਵਿੱਚ ਸਿੱਟਿਆ। ਹੁਣ ਕਾਲ ਦੇ ਦਾਇਰੇ ਦੇ ਵਿੱਚ ਜਦੋਂ ਅਸੀਂ ਇੱਥੇ ਵਿਚਰਦੇ ਹਾਂ ਤਰਲੋਕੀ ਦੇ ਵਿੱਚ, ਕਾਲ ਨੇ ਕੀ ਕਰਨਾ ਹੁੰਦਾ? ਉਹਨੇ ਅਰਥਾਂ ਦੇ ਅਨਰਥ ਕਰਨੇ ਹੁੰਦੇ ਆ, ਕਿਉਂਕਿ ਉਹਨੇ ਕਈ ਚੀਜ਼ਾਂ ਦਾ ਲੁਕੋ ਕਰਨਾ। ਕਾਲ ਨੇ ਇੱਥੇ ਇਸ ਦੇਸ਼ ਦੇ ਵਿੱਚ ਜੀਵਾਂ ਨੂੰ ਸਮਝਾਇਆ ਹੋਇਆ ਕਿ ਤੁਸੀਂ ਕੋਈ ਉਮੀਦ ਨਾ ਰੱਖੋ ਕਿ ਤ੍ਰੈ ਗੁਣਾ ਤੋਂ ਉੱਪਰ ਕੋਈ ਚੀਜ਼ ਹੈਗੀ ਹੈ। ਉਹਦੇ ਦੋ ਨੁਮਾਇੰਦੇ ਹੁੰਦੇ ਆ, ਦੋ ਕਿਸਮ ਦੇ। ਇੱਕ ਹੁੰਦੇ ਅਨਾੜੀ ਅਸੰਤ ਲੋਕ, ਉਹ ਗੰਧਰਵ ਨਗਰੀ ਦੀ ਗੱਲਾਂ ਕਰਦੇ ਜ਼ਿਆਦਾਤਰ। ਉਹਨਾਂ ਨੂੰ ਨਾਮ ਦਾ ਭੇਦ ਨਹੀਂ ਹੁੰਦਾ, ਉਹਨਾਂ ਨੇ ਕਦੇ ਨਾਮ ਤੱਕ ਤੁਹਾਨੂੰ ਲਿਜਾਣਾ ਨਹੀਂ।
ਇੱਕ ਹੁੰਦੇ ਅਗਿਆਨੀ ਲੋਕ, ਉਹ ਹੁੰਦੇ ਜਿਹੜੇ ਵਿਦਵਾਨ ਆ, ਆਪਣੇ ਆਪ ਨੂੰ ਬਹੁਤ ਵਿਦਵਤਾ ਦੇ ਵਿੱਚ ਪੂਰਨ ਸਮਝਦੇ ਆ, ਪਰ ਉਹਨਾਂ ਦਾ ਗਿਆਨ ਜਿਹੜਾ ਅਧੂਰਾ ਹੁੰਦਾ। ਆਪਣੇ ਆਪ ਨੂੰ ਕਈ ਵਾਰੀ ਪ੍ਰੋਫੈਸਰ ਵੀ ਅਖਵਾਉਂਦੇ ਆ, ਉਹਨਾਂ ਨੇ ਕੋਈ ਪ੍ਰੋਫੈਸਰੀ ਕੀਤੀ ਨਹੀਂ ਹੁੰਦੀ, ਸਿਰਫ ਖਿਤਾਬ ਰੱਖਿਆ ਹੁੰਦਾ ਕਿ ਲੋਕੀ ਉਹਨਾਂ ਨੂੰ ਮੰਨਣ। ਮਹਾਰਾਜ ਕਹਿੰਦੇ ਆ, ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੇ ਮਾਇਆ ਨਾ ਲੂਝੈ। ਕਿ ਜਿਹੜੇ ਅਸੰਤ ਅਨਾੜੀ ਨੇ ਉਹਨਾਂ ਨੂੰ ਕਦੇ ਇਸ ਸੂਖਮ ਦਾ ਭੇਦ ਨਹੀਂ ਮਿਲ ਸਕਦਾ। ਉਹ ਕਥਨ ਕਰਦੇ ਆ ਪਰ ਉਹ ਮਾਇਆ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ। ਉਹ ਚਾਹੁੰਦੇ ਹੁੰਦੇ ਕਿ ਐਸੀ ਕਥਾ ਤੁਹਾਨੂੰ ਸੁਣਾਈਏ ਕਿ ਵੱਧ ਤੋਂ ਵੱਧ ਤੁਸੀਂ ਉਹਨਾਂ ਦੇ ਪੈਸੇ ਸਾਹਮਣੇ ਰੱਖੋਗੇ। ਫਿਰ ਮਹਾਰਾਜ ਕਹਿੰਦੇ, ਕਥਨੀ ਕਰੇ ਤੇ ਮਾਇਆ ਨਾਲ ਲੁਝੈ, ਅੰਧ ਅਗਿਆਨੀ ਕਦੇ ਨਾ ਸੀਝੈ। ਜਿਹੜਾ ਅੰਧਾ ਆ, ਅਗਿਆਨੀ ਆ, ਉਹ ਕਦੇ ਉਹਦਾ ਜਿਹੜਾ ਮੁਖ ਉਜਲ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਇਸ ਯੁੱਗ ਮੇ ਰਾਮ ਨਾਮ ਨਿਸਤਾਰਾ। ਇਸ ਯੁੱਗ ਦੇ ਵਿੱਚ, ਕਲ ਯੁੱਗ ਦੇ ਵਿੱਚ ਰਾਮ ਦੇ ਨਾਮ ਨਾਲ ਜੁੜ ਕੇ ਹੀ ਨਿਸਤਾਰਾ ਹੈ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਸਾਰੇ ਸ਼ਬਦ ਵਿਚਾਰ ਕਰਦੇ ਪਰ ਅਸਲੀ ਗੁਰ ਸ਼ਬਦ ਦੀ ਵਿਚਾਰ ਜਿਹੜਾ ਅਕਥ ਦਾ ਭੇਦ ਆ, ਨਿਰਗੁਣ ਦੀ ਕਥਾ ਆ, ਜੋ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਆ, ਗੁਰਮਤਿ ਵਿਚਾਰ ਜਿਹੜੀ ਆ, ਜਿਹਨੂੰ ਮਹਾਰਾਜ ਕਹਿੰਦੇ ਅਕਥ ਕਥ ਗੁਰਮਤਿ ਵਿਚਾਰ, ਉਹ ਕੋਈ ਵਿਰਲਾ ਹੀ ਪਾਉਂਦਾ ਆ। ਆਪ ਤਰੈ ਸਗਲੇ ਕੁਲ ਉਧਾਰਾ। ਕਹਿੰਦੇ ਉਹ ਆਪ ਤਰ ਜਾਂਦਾ, ਜਿਹੜੇ ਜੀਵ ਤੇ ਮਹਾਰਾਜ ਅਸੀਂ ਬਖਸ਼ਿਸ਼ ਕਰਦੇ ਗੁਰ ਸ਼ਬਦ ਦੀ ਵਿਚਾਰ ਉਹਨੂੰ ਆ ਜਾਏ ਤੇ ਉਹਦੇ ਕੁੱਲ ਦੇ ਉਧਾਰ ਹੋ ਜਾਂਦਾ ਹੈ। ਹੁਣ ਜਿਹੜੇ ਅਗਿਆਨੀ ਲੋਕ ਆ ਉਹ ਸਮਝਦੇ ਆ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਪ੍ਰਮਾਤਮਾ ਦੇ ਵਿੱਚ। ਉਹ ਮੰਨਦੇ ਨਹੀਂ ਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਰਾਖੀ ਕਰਦੇ ਆ। ਉਹ ਕਹਿ ਦਿੰਦੇ ਕਿ ਜੀ ਇਹ ਜਿਹੜੀ ਗੰਗਾ ਸੀਗੀ, ਇਹ ਸੀਗੀ ਬ੍ਰਾਹਮਣਾਂ ਦੇ ਕਰਮ ਕਾਂਡ। ਭਗਤ ਕਬੀਰ ਜੀ ਨੂੰ ਪੰਡਿਤ, ਇਹ ਵਿਦਵਾਨ ਕਹਿੰਦੇ ਆ, ਪੰਡਿਤ ਜਿਹੜੇ ਸੀਗੇ ਕਰਮ ਕਾਂਡਾਂ ਦੇ ਵਿੱਚ ਡੁਬੋਣ ਦੀ ਕੋਸ਼ਿਸ਼ ਕਰ ਰਹੇ ਸੀ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜੋ ਮਹਾਰਾਜ ਨੇ ਕਿਹਾ ਉਹੀ ਉਹਨਾਂ ਦਾ ਮਤਲਬ ਆ, ਉਹੀ ਉਹਨਾਂ ਨੇ ਕਿਹਾ ਆ। ਉਹਨਾਂ ਨੇ ਜਾਣ ਕੇ, ਜੇ ਉਹਨਾਂ ਨੇ ਇੱਥੇ ਗੰਗਾ ਦੀ ਗੱਲ ਕੀਤੀ ਹੋਈ ਆ, ਉਹ ਗੰਗਾ ਦੀ ਹੀ ਗੱਲ ਕਰ ਰਿਹਾ ਹੈ। ਜਿੱਥੇ ਉਹਨਾਂ ਨੇ ਕੋਈ ਸਿਮਿਲੀ ਜਾਂ ਅਲੰਕਾਰ, ਜਿਹਨੂੰ ਮੈਟਾਫੋਰ ਕਹਿ ਦਿੰਦੇ ਆ, ਵਰਤਣਾ, ਉਹ ਕਲੀਅਰ ਹੋ ਜਾਂਦਾ ਕਿ ਕਿੱਥੇ ਹੁੰਦਾ ਆ। ਪਰ ਇੱਦਾਂ ਤਾਂ ਜੇ ਕੋਈ ਵੀ ਜੋ ਮਰਜ਼ੀ ਉਲਝ ਲੁਲ ਅਰਥ ਬਣਾਈ ਜਾਏ, ਇੱਥੇ ਮਹਾਰਾਜ ਨੇ ਦੱਸਿਆ ਸਿੱਧਾ ਸਾਨੂੰ, ਭਗਤ ਕਬੀਰ ਜੀ ਦੱਸ ਰਿਹਾ ਕਿ ਗੰਗ ਗੁਸਾਇਨ ਗਹਿਰ ਗੰਭੀਰ, ਕੇ ਗੰਗਾ ਮਾਤਾ ਦੇ ਵਿੱਚ ਸਾਨੂੰ ਡੁਬੋਣ ਲਈ ਲੈ ਕੇ ਗਏ ਜੰਜੀਰਾਂ ਨਾਲ ਬੰਨ੍ਹ ਕੇ। ਹੁਣ ਭਗਤ ਕਬੀਰ ਜੀ ਮੁਸਲਮਾਨ ਪਰਿਵਾਰ ਦੇ ਵਿੱਚੋਂ ਸਨ। ਉਹਨਾਂ 'ਤੇ ਪ੍ਰਭਾਵ ਨਹੀਂ ਕੋਈ ਸੀਗਾ ਬ੍ਰਾਹਮਣਵਾਦ ਦਾ, ਜੋਗ ਮਤ ਦਾ। ਉਹਨਾਂ ਨੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ, ਉਹਨਾਂ ਨੇ ਭਗਤੀ ਕੀਤੀ ਅਤੇ ਉਹਨਾਂ ਨੇ ਆਪਣੇ ਹੱਡ ਬੀਤੀ ਇੱਥੇ ਦੱਸੀ ਹੋਏ। ਕਹਿੰਦੇ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਕਹਿੰਦੇ ਮੇਰੇ ਸਰੀਰ ਨੂੰ ਡਰਾਉਣ ਦੀ ਕੋਸ਼ਿਸ਼ ਇੱਕ ਲੋਕ ਕਰਦੇ ਸੀ ਕਿ ਅਸੀਂ ਤੈਨੂੰ ਡੁਬੋ ਦੇਣਾ, ਪਰ ਕਹਿੰਦੇ ਮੇਰਾ ਮਨ ਨਹੀਂ ਡਿੱਗਦਾ ਸੀ। ਕਿਉਂ? ਚਰਨ ਕਮਲ ਚਿਤ ਰਹੇ ਉਹ ਸਮਾਏ, ਕਿ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਮੇਰਾ ਚਿੱਤ ਜਿਹੜਾ ਆ ਸਮਾਇਆ ਰਹਿਆ। ਉਹ ਚਰਨ ਕਮਲ ਹੁਣ ਕਿਹੜੇ ਆ? ਮਹਾਰਾਜ ਕਹਿੰਦੇ, ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ, ਅੱਗੇ ਦਰਗਾਹ ਮੰਨੀਏ ਮਿਲੇ ਨ ਥਾਵੇਂ ਥਾਉ। ਕਿ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ, ਹਰੀ ਦਾ ਨਾਮ ਉਹ ਤੀਰਥ ਹੈ, ਗੁਰੂ ਦੇ ਚਰਨ ਆ। ਉਹਦੇ ਵਿੱਚ ਸੁਰਤੀ ਭਗਤ ਕਬੀਰ ਜੀ ਕਹਿੰਦੇ ਸਾਡੀ ਲੱਗੀ ਰਹੇ। ਹੁਣ ਉਹਨਾਂ ਨੇ ਭਗਤ ਕਬੀਰ ਜੀ ਨੂੰ ਗੰਗਾ ਦੇ ਵਿੱਚ ਸਿੱਟਿਆ, ਜਿਹੜੇ ਰਾਜ ਦੇ ਅਹਿਲਕਾਰ ਸਨ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਭਗਤ ਕਬੀਰ ਜੀ ਨੇ ਦੱਸਿਆ ਕਿ ਗੰਗਾ ਦੀ ਲਹਿਰ ਆਈ ਅਤੇ ਮੇਰੀਆਂ ਜੰਜੀਰਾਂ ਟੁੱਟ ਗਈਆਂ। ਭਗਤ ਜੀ ਨੇ ਕੀ ਕੀਤਾ ਕਿ ਉਹਨਾਂ ਨੇ ਸੱਚ ਵਿੱਚ ਧਿਆਨ ਲਾਇਆ ਸੀ, ਜਿਹਨੂੰ ਮਹਾਰਾਜ ਕਹਿੰਦੇ ਨਿਰੰਕਾਰ ਮੇ ਆਕਾਰ ਸਮਾਵੈ, ਅਕਲ ਕਲਾ ਸੱਚ ਸਾਚ ਟਿਕਾਵੈ, ਸੋ ਨਰ ਗਰਭ ਜੁਨ ਨਹੀਂ ਆਵੈ। ਜਦੋਂ ਇੱਦਾਂ ਬੇਨਤੀ ਦੇ ਰੂਪ ਦੇ ਵਿੱਚ ਜਾਂ ਉਂਝ ਸਿੱਧਾ ਧਿਆਨ ਲਾ ਕੇ ਇੱਦਾਂ ਕੋਈ ਜਗਿਆਸੂ ਬਹਿੰਦਾ ਆ ਸੱਚ ਦੇ ਵਿੱਚ, ਜਿਹਨਾਂ ਕੋਲ ਕਲਾ ਆ ਜਾਏ, ਜਿਨ੍ਹਾਂ ਨੇ ਮਿਹਨਤ ਇੰਨੀ ਕੀਤੀ ਹੋਵੇ ਜਿਵੇਂ ਭਗਤ ਜੀ ਨੇ ਕੀਤੀ ਸੀ, ਉਹਨਾਂ ਦੇ ਤੱਤ ਜਿਹੜੇ ਆ ਫਿਜ਼ੀਕਲ ਬਾਡੀ ਦੇ ਤੱਤਾਂ ਦੇ ਵਿੱਚ ਸਮਾ ਜਾਂਦੇ ਆ ਅਤੇ ਉਹ ਸਰੀਰ ਅਲੋਪ ਹੋ ਜਾਂਦਾ। ਜੰਜੀਰਾਂ ਜਿਹੜੀਆਂ ਸਾਰੀਆਂ ਲੱਥ ਗਈਆਂ ਅਤੇ ਉਹ ਪ੍ਰਗਟ ਹੋਏ, ਬੈਠੇ ਹੋਏ ਇੱਕ ਮ੍ਰਿਗਸ਼ਾਲਾ 'ਤੇ ਹਿਰਨ ਦੀ ਖਲ ਦੇ ਉੱਤੇ ਬੈਠੇ ਹੋਏ ਪ੍ਰਗਟ ਹੋਏ। ਲੋਕੀ ਸਾਰੇ ਹੈਰਾਨ ਹੋ ਗਏ। ਭਗਤ ਕਬੀਰ ਜੀ ਨੇ ਫਿਰ ਦੱਸਿਆ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘਨਾਥ। ਇੱਥੇ ਜੇ ਗੰਗਾ ਬ੍ਰਾਹਮਣ ਕਰਮਕਾਂਡਾਂ ਨੂੰ ਕਿਹਾ ਸੀਗਾ ਅਤੇ ਭਗਤ ਕਬੀਰ ਜੀ ਨੇ ਕਲੀਅਰ ਕਰ ਦੇਣਾ ਸੀ, ਪਰ ਭਗਤ ਕਬੀਰ ਜੀ ਨੇ ਇੱਥੇ ਐਂਡ 'ਤੇ ਵੀ ਕਹਿ ਦਿੱਤਾ ਕਿ ਜਲ, ਕਿਉਂਕਿ ਗੰਗਾ ਕਾਹਦੀ ਹੈ? ਜਲ ਦੀ ਆ।
ਕਹਿੰਦੇ ਵਾਟਰ ਦੇ ਵਿੱਚੋਂ ਉਹਨਾਂ ਨੇ ਮੈਨੂੰ ਰੱਖਿਆ, ਭਾਵੇਂ ਧਰਤੀ ਤੇ ਹੋਵੇ ਪਾਣੀ ਤੇ ਹੋਵੇ। ਕਹਿੰਦੇ ਰਘੁਨਾਥ ਪ੍ਰਮਾਤਮਾ ਉਹ ਮੇਰੀ ਰਾਖੀ ਕਰਨ ਵਾਲੇ ਆ। ਸੋ ਇੱਥੇ ਸਾਨੂੰ ਸਪਸ਼ਟ ਹੋ ਜਾਂਦਾ, ਜੇ ਅਸੀਂ ਅਭਿਆਸ ਕਰਾਂਗੇ ਤੇ ਅਸੀਂ ਵੀ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ। ਜਿੱਥੇ ਮਹਾਰਾਜ ਦੀ ਇੱਛਾ ਹੋਈ ਤੇ ਉਹਨਾਂ ਨੇ ਸਾਡੀ ਰਾਖੀ ਵੀ ਕਰਨੀ ਆ। ਸਾਡਾ ਫਰਜ਼ ਇੰਨਾ ਹੀ ਬਣਦਾ ਕਿ ਅਸੀਂ ਅਭਿਆਸ ਕਰੀਏ, ਭਗਤੀ ਕਰੀਏ। ਤੇ ਜੇ ਭਗਤਾਂ ਦੀ ਇੱਦਾਂ ਰਾਖੀ ਕੀਤੀ, ਮਹਾਰਾਜ ਸਾਡੀ ਵੀ ਕਰ ਸਕਦੇ ਆ। ਹੁਣ ਇਸ 'ਤੇ ਮਨਸਰ ਆ ਕਿ ਹੁਣ ਸਾਡੇ ਸਵਾਸ ਕਿੰਨੇ ਹੁੰਦੇ ਆ। ਜਦੋਂ ਸਵਾਸ ਅਖੀਰਲੇ ਆਉਂਦੇ ਆ ਉਹ ਫਿਰ ਤਾਂ ਜਾਣਾ ਹੀ ਹੁੰਦਾ ਆ। ਪਰ ਜਿੱਥੇ ਮਹਾਰਾਜ ਨੇ ਸਵਾਸ ਸਾਡੇ ਹਜੇ ਹੈ, ਉਹਨਾਂ ਨੇ ਸਾਡੀ ਰਾਖੀ ਕਰਨੀ ਆ। ਤਾਂ ਹੀ ਮਹਾਰਾਜ ਨੇ ਕਹਿ ਦਿੱਤਾ, ਜਾ ਕੇ ਸਾਸ ਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ। ਤੇ ਮਾਇਆ ਦੇ ਜਿਹੜੇ ਪ੍ਰਬਲ ਤੋਂ ਪ੍ਰਬਲ ਨਿਯਮ ਆ, ਪ੍ਰਮਾਤਮਾ ਉਹਨਾਂ ਨੂੰ ਵੀ ਤੋੜਨ ਨੂੰ ਤਿਆਰ ਆ ਜੇ ਭਗਤ ਦੀ ਰਾਖੀ ਕਰਨੀ ਪਵੇ। ਤੇ ਮਹਾਰਾਜ ਦੱਸਦੇ ਨੇ ਕਿ ਜਿਹੜੀ ਮਾਇਆ ਆ ਨਾ, ਰਾਜਾ ਰਾਮ ਮਾਇਆ ਫੇਰੀ, ਕਿ ਭਗਤ ਪ੍ਰਹਿਲਾਦ ਜੀ ਦੀ ਵੀ ਰੱਖਿਆ ਕਰਨ ਵੇਲੇ ਉਹਨਾਂ ਨੂੰ ਅਗਨ ਸਾੜ ਨਹੀਂ ਸਕੇ, ਕਿਉਂਕਿ ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਜੀ ਦੀ ਰਾਖੀ ਕੀਤੀ। ਉਹ ਨਿਯਮ ਜਿਹੜੇ ਆ ਬਦਲ ਦਿੰਦੇ ਆ। ਸੋ ਇਹ ਜਿਹੜੀ ਕਲਾ ਆ, ਜਿੰਨਾ ਚਿਰ ਤੱਕ ਅਸੀਂ ਉਸ ਦਰਗਾਹ ਦੇ ਵਿੱਚ ਆਉਣ ਜਾਣਾ ਸਾਡਾ ਨਹੀਂ ਬਣਦਾ, ਉਹ ਸਾਨੂੰ ਪ੍ਰਾਪਤ ਨਹੀਂ ਹੁੰਦੇ। ਤੇ ਮਹਾਰਾਜ ਨੇ ਹੁਣ ਸਾਨੂੰ ਭੇਦ ਦਿੱਤਾ ਹੋਇਆ ਗੁਰਬਾਣੀ ਦੇ ਵਿੱਚ ਕਿ ਐਸੀ ਕਲਾ ਹੈ। ਭਗਤਾਂ ਨੇ ਇਹਦਾ ਜ਼ਿਕਰ ਕੀਤਾ ਹੋਇਆ। ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹੋਗੇ ਤਾਂ ਉਹੀ ਕਲਾ ਦਾ ਇਸਤੇਮਾਲ ਗੁਰੂ ਨਾਨਕ ਦੇਵ ਜੀ ਨੇ ਕੀਤਾ ਜਦੋਂ ਬੇਈਨ ਦੇ ਵਿੱਚ ਇਸ਼ਨਾਨ ਕਰਨ ਗਏ ਅਤੇ ਕਿੰਨੇ ਦਿਨਾਂ ਬਾਅਦ ਫਿਰ ਪ੍ਰਗਟ ਹੋਏ। ਹੁਣ ਫਿਰ ਜਦੋਂ ਸਿੱਧਾ ਨਾਲ ਖੇਡੇ, ਉੱਥੇ ਵੀ ਸਿੱਧਾ ਨੇ ਕਿਹਾ ਕਿ ਅਸੀਂ ਲੁਕਣ ਮਿੱਟੀ ਖੇਡਦੇ ਹਾਂ, ਅਤੇ ਸਿੱਧ ਆਪਣਾ ਆਕਾਰ ਬਦਲਦੇ ਰਹੇ। ਕੋਈ ਮੱਛਰ ਬਣ ਗਿਆ, ਕੋਈ ਆਕਾਰ ਧਾਰਨ ਕਰਨ ਲੱਗ ਪਿਆ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਵਿਧੀ ਅਪਣਾ ਕੇ ਸਿੱਧੇ ਨਿਰੰਕਾਰ ਦੇ ਵਿੱਚ ਆਪਣਾ ਸਰੀਰ ਸੰਭਾਲਿਆ। ਸਿੱਧ ਜਿਹੜੇ ਹਾਰ ਗਏ, ਉਹਨਾਂ ਤੋਂ ਲੱਭ ਨਹੀਂ ਹੋਏ ਮਹਾਰਾਜ। ਫਿਰ ਅਖੀਰ 'ਤੇ ਇਹੀ ਵਿਧੀ ਦਾ ਇਸਤੇਮਾਲ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਕਾਰ ਵੀ ਸੱਚ ਵਿੱਚ ਸੰਭਾਲਿਆ ਜਦੋਂ ਜੋਤੀ ਜੋਤ ਸਮਾਏ। ਅਤੇ ਇਹ ਸਾਰਾ ਭੇਦ ਗੁਰਬਾਣੀ ਵਿੱਚ ਸਾਨੂੰ ਦਿੱਤਾ ਹੋਇਆ। ਜੇ ਅਸੀਂ ਅਭਿਆਸ ਕਰਦੇ ਹਾਂ, ਮਿਹਨਤ ਕਰਦੇ ਹਾਂ, ਅਤੇ ਮਹਾਰਾਜ ਸਾਡੇ ਸਾਰਿਆਂ 'ਤੇ ਕਿਸੇ 'ਤੇ ਵੀ ਬਖਸ਼ਿਸ਼ ਕਰ ਸਕਦੇ ਆ। ਸੋ ਅਸੀਂ ਕੋਸ਼ਿਸ਼ ਇਹੀ ਕਰੀ ਜਾਣੀ ਹੈ ਕਿ ਅਭਿਆਸ ਆਪਣਾ ਇੰਨਾ ਪਰਪੱਕ ਕਰੀਏ ਕਿ ਕਾਲ ਜੋ ਇੱਥੇ ਮਿਸਇਨਫੋਰਮੇਸ਼ਨ ਦਿੰਦਾ ਆ, ਉਸ ਦੇ ਵਿੱਚ ਅਸੀਂ ਫਸੀਏ ਨਾ। ਸਾਨੂੰ ਭੇਦ ਹੋਵੇ। ਗੁਰਬਾਣੀ ਰਾਹੀਂ ਅਸੀਂ ਹਰੇਕ ਚੀਜ਼ ਦਾ ਗਿਆਨ ਲੈਣਾ ਹੁੰਦਾ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਇਆ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਇਹ ਯਾਦ ਰੱਖਣਾ ਆ ਕਿ ਪ੍ਰਚਾਰ ਤਰ੍ਹਾਂ ਤਰ੍ਹਾਂ ਦਾ ਹੋ ਰਿਹਾ ਹੈ। ਕਾਲ ਦੇ ਨੁਮਾਇੰਦੇ ਦੋ ਤਰ੍ਹਾਂ ਦੇ, ਜਿਵੇਂ ਵਿਚਾਰ ਕੀਤੀ ਸੀ, ਅਨਾੜੀ ਸੰਤ ਅਤੇ ਅਗਿਆਨੀ ਲੋਕ। ਉਹ ਸਾਰੇ ਕੋਸ਼ਿਸ਼ ਕਰਦੇ, ਕੋਈ ਗੰਧਰਵ ਨਗਰੀ ਵਿੱਚ ਪ੍ਰਵੇਸ਼ ਕਰ ਰਿਹਾ, ਕੋਈ ਸਿਰਫ ਤਰਲੋਕੀ ਤੱਕ ਸੀਮਤ ਰੱਖ ਰਿਹਾ ਹੈ। ਅਸੀਂ ਆਪਣੇ ਮਨ ਨੂੰ ਇਹਨਾਂ ਦੋਨਾਂ ਤੋਂ ਉੱਪਰ ਉਠਾਉਣਾ ਹੈ। ਗੰਧਰਵ ਨਗਰੀ ਤੋਂ ਵੀ ਉੱਪਰ ਅਤੇ ਤਰਲੋਕੀ ਤੋਂ ਵੀ ਉੱਪਰ ਮਨ ਉੱਠੇ। ਸੋ ਇੰਨੀਆਂ ਹੀ ਬੇਨਤੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।